ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਸਮੇਰ ਪਰਬਤ ਤੇ ਗਏ, ਜਿੱਥੇ ਗੁਰੂ ਗੋਰਖ ਨੇ ਸਤਿਗੁਰਾਂ ਦਾ ਸਨਮਾਨ ਕੀਤਾ। ਸਤਿਗੁਰਾਂ ਨੇ ਵੀ ਉੱਥੇ ਜਾ ਕੇ ਬਚਨ ਆਖੇ ਸਨ, ਸੰਤ ਸਭਾ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ। ਇਹ ਗੁਰੂ ਨੇ ਗੱਲ ਸਾਨੂੰ ਵੀ ਸਿਖਾਈ ਹੈ। ਬੜੇ ਭਲੇ ਸ਼ਬਦ ਨੇ ਮਹਾਰਾਜ ਦੇ, ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ। ਹੁਣ ਗੁਰੂ ਜੀ ਨੇ ਕਿਹਾ ਵੀ ਭਾਈ ਸੰਤਾਂ ਦੀ ਸਭਾ ਲੱਗੀ ਹੈ, ਜੈ ਜੈਕਾਰ ਹੋਵੇ, ਤੇ ਉਹਨਾਂ ਨੇ ਵੀ ਬੜਾ ਸਨਮਾਨ ਕੀਤਾ। ਤੇ ਜੇ ਸਤਿਗੁਰੂ ਕਹਿੰਦੇ ਵੀ ਉਹ ਬੂਬਣੇ ਉਹ ਮਲ ਕੇ ਸੁਆਹ ਬਣਾ ਕੇ ਜੜਾਵਾਂ, ਤੇ ਹੁਣ ਇੱਥੇ ਬਰਫਾਂ ਤੇ ਬਹਿ ਕੇ ਤੁਹਾਨੂੰ ਠੰਡ ਪੈ ਗਈ ਹੈ, ਤੇ ਉੱਥੇ ਫਿਰ ਲੜਾਈ ਹੋਣੀ ਸੀ ਨਾ। ਅਸੀਂ ਕਦੇ ਨਹੀਂ ਕਹਿੰਦੇ ਕਿ ਕੋਈ ਵਿਗਾੜ ਹੋਇਆ, ਕੋਈ ਗਲਤੀ ਹੋਈ, ਉਹਦੇ ਵਿੱਚ ਮੇਰਾ ਵੀ ਕੋਈ ਕਸੂਰ ਹੈ। ਬਜ਼ੁਰਗ ਕਹਿੰਦੇ ਸੀ, ਪੁੱਤਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਤੁਸੀਂ ਕਹੋਗੇ ਵੀ ਇੱਕ ਹੱਥ ਹਿੱਲ ਤੇ ਸਕਦਾ ਹੈ, ਬਿਲਕੁਲ ਹਿੱਲ ਸਕਦਾ ਹੈ ਭਾਈ। ਇੱਕ ਵਿਅਕਤੀ ਆਪਣੇ ਪੜੋਸੀ ਨੂੰ ਕੁਝ ਕਹਿ ਰਿਹਾ ਹੈ, ਉਹਨੂੰ ਲਗਾਤਾਰ ਬੋਲਦਿਆਂ ਸੁਣ ਕੇ ਜਿਹੜਾ ਤੀਸਰਾ ਪੜੋਸੀ ਹੈ ਉਹ ਬਾਹਰ ਨਿਕਲਿਆ। ਉਹਨੇ ਸੁਣਿਆ, ਉਹ ਹੁਣ ਬੋਲਣ ਵਾਲੇ ਤੋਂ ਜਿਹੜਾ ਦੂਸਰਾ ਹੈ, ਜਿਹੜਾ ਚੁੱਪ ਕਰਕੇ ਖਲੋਤਾ ਹੋਇਆ, ਉਹਨੂੰ ਪੁੱਛਦਾ ਵੀ ਤੂੰ ਇਹਦਾ ਜਵਾਬ ਕਿਉਂ ਨਹੀਂ ਦਿੰਦਾ। ਉਹ ਕਹਿੰਦਾ ਵੀ ਜਵਾਬ ਦੇਣ ਦੀ ਲੋੜ ਹੀ ਨਹੀਂ। ਕਹਿੰਦਾ ਕਿਉਂ? ਕਹਿੰਦੇ ਕਾਲਜ ਵਿੱਚ ਪ੍ਰੋਫੈਸਰ ਹੈ,
ਇਹਨੇ 40 ਮਿੰਟ ਬੋਲਣਾ ਹੀ ਬੋਲਣਾ ਹੈ, ਆਪੇ ਚੁੱਪ ਕਰ ਜਾਏਗਾ ਜਦੋਂ 40 ਮਿੰਟ ਪੂਰੇ ਹੋ ਗਏ। ਵੇਖੋ, ਵਧੀਕੀ ਇੱਕ ਬੰਦਾ ਕਰ ਸਕਦਾ ਹੈ, ਲੜਾਈ ਇੱਕ ਬੰਦਾ ਨਹੀਂ ਕਰ ਸਕਦਾ। ਜ਼ੁਲਮ ਇੱਕ ਬੰਦਾ ਕਰ ਸਕਦਾ, ਲੜਾਈ ਇੱਕ ਬੰਦਾ ਨਹੀਂ ਕਰ ਸਕਦਾ। ਲੜਾਈ ਜਦੋਂ ਵੀ ਹੋਵੇਗੀ ਉਦੋਂ ਦੋਨੋਂ ਪਾਸਿਆਂ ਤੋਂ ਹੋਏਗੀ। ਕਹਿੰਦੇ ਸੀ ਨਾ 1984 ਚ ਦੰਗੇ ਹੋਏ ਨੇ, ਅਖੀਰ ਮੰਨਣਾ ਪਿਆ ਵੀ ਦੰਗੇ ਤੇ ਤਾਂ ਹੁੰਦੇ ਵੀ ਜੇ ਇੱਕ ਪਾਸੇ ਹਿੰਦੂ ਖਲੋਤੇ ਹੁੰਦੇ, ਇੱਕ ਪਾਸੇ ਸਿੱਖ ਪੱਥਰ ਲੈ ਕੇ ਖਲੋਤੇ ਹੁੰਦੇ। ਸਿੱਖਾਂ ਨੂੰ ਦਿੱਲੀ ਦੀਆਂ ਗਲੀਆਂ ਵਿੱਚ ਭਜਾ ਭਜਾ ਕੇ, ਟਾਇਰ ਪਾ ਪਾ ਕੇ ਸਾੜਿਆ ਗਿਆ, ਤੇ ਦੰਗੇ ਕਿੱਦਾਂ ਹੋ ਗਏ ਬਈ? ਦੰਗੇ ਤਾਂ ਹੋਏ ਸੀ ਜਮਨਾ ਪਾਰ, ਜਿੱਥੇ ਮੁਸਲਮਾਨ ਵੀ ਮਰੇ ਤੇ ਫਿਰ ਹਿੰਦੂਆਂ ਦੇ ਘਰ ਵੀ ਸਾੜੇ ਅਗਲਿਆਂ ਨੇ। ਜਿਹੜਾ 84 ਵਿੱਚ ਹੋਇਆ ਉਹ ਸਿੱਖਾਂ ਦਾ ਕਤਲੇਆਮ ਸੀ, ਉਹ ਵਨਵੇ ਸੀ ਸਾਰਾ ਕੁਝ। ਜਦੋਂ ਗੁਜਰਾਤ ਵਿੱਚ ਹੋਇਆ ਤਾਂ ਸਾਰਾ ਕੁਝ ਵਨਵੇ ਸੀਗਾ। ਮੁਸਲਮਾਨਾਂ ਨੇ ਤੇ ਕਿਤੇ ਵਿਰੋਧ ਕੀਤਾ ਹੀ ਨਹੀਂ। ਉਹਨਾਂ ਦੀ ਤੇ ਇੱਕ ਗਲਤੀ ਸੀ ਵੀ ਉਹਨਾਂ ਨੇ ਟ੍ਰੇਨ ਸਾੜੀ ਸੀ, ਤੇ ਚਾਹੀਦਾ ਕੀ ਸੀ? ਚਾਹੀਦਾ ਇਹ ਸੀ ਕਿ ਜਿਨ੍ਹਾਂ ਨੇ ਟ੍ਰੇਨ ਸਾੜੀ ਹੈ ਉਹਨਾਂ ਨੂੰ ਫੜ ਕੇ ਸ਼ਰੇਆਮ ਗੋਲੀ ਮਾਰਨੀ ਚਾਹੀਦੀ ਸੀ, ਪਬਲਿਕ ਪਲੇਸ ਤੇ ਖੜੇ ਕਰਕੇ ਉਹਨਾਂ ਨੂੰ ਉਡਾ ਦੇਣਾ ਚਾਹੀਦਾ ਸੀ। ਇਹ ਤਾਂ ਹੈ ਜਸਟਿਸ। ਪਰ ਇਹ ਕੀ ਜਸਟਿਸ ਹੋਈ ਵੀ ਜਿਨ੍ਹਾਂ ਨੇ ਗੱਡੀ ਨੂੰ ਅੱਗ ਲਾਈ ਉਹ ਤੇ ਲੱਭੇ ਨਹੀਂ ਤੇ ਸਾਰਾ ਗੁਜਰਾਤ ਹੀ ਸਾੜਤਾ? ਇਹ ਜਸਟਿਸ ਨਹੀਂ ਹੈ। ਵੇਖੋ, ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹ ਗੱਲਾਂ ਮੰਨਣੀਆਂ ਪੈਣਗੀਆਂ। ਹੁਣ ਜਿਨ੍ਹਾਂ ਸਿੱਖਾਂ ਨੇ ਇੰਦਰਾ ਮਾਰੀ, ਤੁਸੀਂ ਉਹਨਾਂ ਨੂੰ ਫਾਂਸੀ ਵੀ ਚੜਾਓ, ਕੀ ਇਤਰਾਜ਼ ਹੈ? ਉਹਨਾਂ ਕਿਹੜਾ ਕਿਹਾ ਵੀ ਅਸੀਂ ਨਹੀਂ ਮਾਰੀ? ਉਹ ਤਾਂ ਕਹਿੰਦੇ ਅਸੀਂ ਮਾਰੀ ਹੈ। ਪਰ ਬਾਕੀ ਸਿੱਖਾਂ ਦਾ ਕੀ ਕਸੂਰ ਹੈ ਭਾਈ? ਗੁਰੂ ਸਾਹਿਬ ਸਮੇਰ ਪਰਬਤ ਤੇ ਗਏ ਨੇ। ਵੇਖੋ, ਇਹ ਸਾਡੇ, ਮੈਂ ਰੋਜ਼ ਬੇਨਤੀ ਕਰਦਾ ਵੀ ਗੱਲ ਕਥਾ ਦੀ ਨਹੀਂ, ਕਥਾ ਤੇ ਕੰਨ ਰਸ ਹੈ। ਕਿ ਗੁਰ ਸਾਖੀ ਜੋਤ ਪ੍ਰਗਟ ਹੋਏ, ਕਿ ਗੁਰੂ ਦੀ ਸਾਖੀ ਦੇ ਨਾਲ ਕੋਈ ਚਾਨਣ, ਕੋਈ ਪ੍ਰਕਾਸ਼, ਕੋਈ ਲਾਈਟ, ਕੋਈ ਰੋਸ਼ਨੀ, ਕੋਈ ਰਸਤਾ ਮਿਲੇਗਾ ਤੁਹਾਨੂੰ। ਪਹਿਲਾ ਰਸਤਾ ਇਹ ਹੈ ਕਿ ਗੁਰੂ ਸਾਹਿਬ ਜਦੋਂ ਸਿੱਧਾਂ ਦੇ ਕੋਲ ਗਏ ਤੇ ਇਹ ਨਹੀਂ ਕਿਹਾ ਓਏ ਕਾਹਦੇ ਲਈ ਬੈਠੇ ਹੋ ਬੂਬਣੇ, ਉਠੋ। ਤੇ ਇਹ ਵੀ ਨਹੀਂ ਕਿਹਾ ਵੀ ਖਲੋ ਜਾਓ 2 ਮਿੰਟ, ਵੇਖਿਓ ਤੁਹਾਨੂੰ ਅੱਗੇ ਲਾ ਕੇ ਖੜਦਾ ਮੈਂ। ਇਹ ਵੀ ਨਹੀਂ ਕਿਹਾ। ਇਹ ਕਿਹਾ ਹੈ ਕਿ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ। ਵਾਹ ਭਾਈ ਵਾਹ। ਸਿੱਧ ਆਪਣੇ ਆਪਣੇ ਆਸਣ ਤੇ ਬੈਠੇ ਨੇ ਤੇ ਸੰਤਾਂ ਦੀ ਸਭਾ ਜਿਹੜੀ ਉਹਦੀ ਜੈ ਜੈਕਾਰ ਹੋਣੀ ਚਾਹੀਦੀ ਹੈ। ਹੁਣ ਮੇਰੇ ਕੋਈ ਘਰ ਆ ਕੇ ਕਵੇ ਵੀ ਗਿਆਨੀ ਜੀ ਤੁਸੀਂ ਵਸਦੇ ਰਹੋ, ਤਾਂ ਮੈਂ ਉਹਨੂੰ ਕੀ ਕਹਾਂਗਾ ਵੀ ਤੂੰ ਮੇਰੇ ਘਰੋਂ ਦਫਾ ਹੋ ਜਾ? ਮੈਂ ਤਾਂ ਹੀ ਕਹਾਂਗਾ ਨਾ ਵੀ ਆਓ ਜੀ, ਬੈਠੋ ਜੀ। ਕੋਈ ਮੈਨੂੰ ਅਸੀਸ ਦੇਵੇ, ਕੋਈ ਮੈਨੂੰ ਪਿਆਰ ਦੇਵੇ, ਕੋਈ ਮੇਰੀ ਇੱਜ਼ਤ ਕਰੇ, ਤੇ ਕੀ ਉਹ ਮੇਰੇ ਤੋਂ ਮਾਣ ਸਨਮਾਨ ਨਹੀਂ ਲਵੇਗਾ? ਬਿਲਕੁਲ ਲਵੇਗਾ ਭਾਈ। ਇਹ ਬੜੀ ਵੱਡੀ ਕਥਾ ਸਿੱਖਣ ਦੀ ਲੋੜ ਹੈ। ਗੁਰੂ ਸਾਹਿਬ ਗਏ, ਉਹਨਾਂ ਦੀ ਵਡਿਆਈ ਕੀਤੀ, ਉਹਨਾਂ ਨੇ ਗੁਰੂ ਸਾਹਿਬ ਦੀ ਵਡਿਆਈ ਕੀਤੀ। ਉੱਥੇ ਐਸੇ 5-6 ਨਾਥ ਸਨ ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਵੀ ਟੇਕਿਆ। 5-7 ਐਸੇ ਵੀ ਸਨ ਜਿਹੜੇ ਹਵਾ 'ਚ ਵੀ ਉੱਡ ਗਏ। ਉਹਨਾਂ ਦੀ ਕਥਾ ਆਪਾਂ ਕੱਲ ਸੁਣ ਰਹੇ ਸਾਂ। ਹੁਣ ਕਥਾ ਕੀ ਹੈ? ਕਥਾ ਇਹ ਹੈ ਵੀ ਕਿਸੇ ਨੇ ਆਪਣੀ ਜਿਹੜੀ ਮਿਰਗ ਦੀ ਖੱਲ ਸੀ ਜਿਹਦੇ ਤੇ ਬਹਿੰਦਾ ਸੀ ਉਹਨੇ ਉਡਾਤੀ, ਕਿਸੇ ਨੇ ਆਪਣੀ ਬੈਰਾਗਣ ਉਡਾਤੀ। ਜਿਵੇਂ ਅੰਗਰੇਜ਼ੀ ਦੀ ਟੀ ਹੁੰਦੀ ਹੈ ਨਾ ਅਕਸ਼ਰ, ਇੱਦਾਂ ਦੀ ਇੱਕ ਉਹਨਾਂ ਦੇ ਕੋਲ ਲੱਕੜੀ ਹੁੰਦੀ ਹੈ, ਉਹਦੀ ਸ਼ੇਪ ਅੰਗਰੇਜ਼ੀ ਦੀ ਟੀ ਵਰਗੀ ਹੁੰਦੀ ਹੈ। ਕਿਸੇ ਨੇ ਉਡਾਤੀ, ਕਿਸੇ ਨੇ ਆਪਣਾ ਲੋਟਾ ਉਡਾ ਦਿੱਤਾ, ਕਿਸੇ ਨੇ ਆਪਣੀ ਸਿੰਗੀ ਉਡਾ ਦਿੱਤੀ, ਕਿਸੇ ਨੇ ਆਪਣਾ ਡੰਡਾ ਉਡਾ ਦਿੱਤਾ, ਕਿਸੇ ਨੇ ਆਪਣੀ ਕੰਨ ਦੀ ਮੁੰਦਰੀ, ਕੰਨ ਦੀਆਂ ਜਿਹੜੀਆਂ ਮੁੰਦਰਾਂ ਸਨ ਉਹ ਉਡਾ ਦਿੱਤੀਆਂ।
ਹੁਣ ਉਹ ਆਕਾਸ਼ ਵਿੱਚ ਉੱਡਦੀਆਂ ਫਿਰਦੀਆਂ ਨੇ। ਸਤਿਗੁਰੂ ਚੁੱਪ ਕਰਕੇ ਵੇਖਦੇ ਨੇ ਤੇ ਸਤਿਗੁਰੂ ਦੀ ਚੁੱਪ ਨੂੰ ਉਹਨਾਂ ਨੇ ਕਮਜ਼ੋਰੀ ਸਮਝ ਲਿਆ। ਹੁਣ ਇਹ ਵੀ ਸਾਡੀ ਬੜੀ ਵੱਡੀ ਗਲਤੀ ਹੈ ਵੀ ਕੋਈ ਆਦਮੀ ਚੁੱਪ ਕਰਕੇ ਆਪਣੇ ਦਿਨ ਕੱਟਦਾ ਹੈ ਤੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਡਰਪੋਕ ਹੈ। ਕਹਿੰਦੇ ਜਿਹੜਾ ਭਲਾ ਆਦਮੀ ਹੁੰਦਾ ਹੈ ਉਹ ਅੰਦਰ ਵੜ ਕੇ ਦਿਨ ਕੱਟਦਾ ਹੈ ਤੇ ਜਿਹੜੇ ਦੂਜੇ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਭਾਈ ਇਹ ਡਰ ਗਿਆ। ਇਹੋ ਹੀ ਹੋਇਆ, ਉਹਨਾਂ ਨੇ ਇਦਾਂ ਹੀ ਸੋਚਿਆ। ਉਹਨਾਂ ਨੇ ਇਦਾਂ ਹੀ ਸੋਚਿਆ ਕਿ ਨਾਨਕ ਜੀ ਤੂਸ਼ਣ ਕੋ ਧਾਰ ਕਰ ਬੈਸ ਰਹੇ, ਦੇਖਤ ਤਮਾਸ਼ੇ ਪੈਨਾ ਵਾਕ ਕੋ ਅਲਾਈਆ। ਜਾਣਿਓ ਸਭ ਸਿੱਧ ਅਬ ਡਰਿਓ ਔਰ ਮਾਹੇ ਇਹ, ਦੂਨੇ ਗਰਬਾਏ ਰਚਾਏ ਚਿੱਤ ਮੈਂ बढ़ायो है। ਉਹਨਾਂ ਦਾ ਹੰਕਾਰ ਡਬਲ ਹੋ ਗਿਆ। ਇੱਕ ਹੰਕਾਰ ਵੀ ਉਹਨਾਂ ਨੇ ਉੱਡ ਕੇ ਵਿਖਾ ਦਿੱਤਾ, ਦੂਜਾ ਹੰਕਾਰ ਉਹਨਾਂ ਨੂੰ ਲੱਗਿਆ ਵੀ ਗੁਰੂ ਸਾਹਿਬ ਤਾਂ ਡਰ ਗਏ। ਆਏ ਕੇ ਨਿਕਟ ਬੋਲੇ ਬਚਨ ਬਿਕਟ ਤਬ, ਦੇਖ ਸਭ ਸਿੱਧਨ ਕਿ ਸਿੱਧ ਜੋ ਲਗਾਇਓ ਹੈ। ਕਹਿਣ ਲੱਗੇ ਵੇਖਿਆ ਸਾਡੀ ਸ਼ਕਤੀ। ਫਿਰ ਮੈਂ ਇੱਕ ਬੇਨਤੀ ਕਰਾਂ, ਤੁਸੀਂ ਸਾਰੀ ਦੁਨੀਆ ਘੁੰਮ ਕੇ ਵੇਖ ਲਿਓ, ਮੈਂ ਤੇ ਵੇਖ ਲਈ ਹੈ। ਕਿਤੇ ਨਾ ਕਿਤੇ ਜਾ ਕੇ ਹਰ ਆਦਮੀ ਬੰਦਾ ਹੀ ਹੈ, ਬੰਦੇ ਤੋਂ ਵੱਧ ਕੁਝ ਵੀ ਨਹੀਂ ਹੈ। ਉਹ ਜਿੱਡੀ ਮਰਜ਼ੀ ਪਦਵੀ ਤੇ ਬੈਠਾ ਹੋਵੇ, ਜਿੱਡਾ ਮਰਜ਼ੀ ਉਹਨੇ ਚੋਲਾ ਪਾਇਆ ਹੋਵੇ, ਕਿਤੇ ਨਾ ਕਿਤੇ ਉਹਦੇ ਵਿੱਚ ਅਜੇ ਵੀ ਉਹ ਜਿਹੜੀ ਮਨੁੱਖਾਂ ਵਾਲੀ ਸੁਭਾਅ ਵਾਲੀ ਗੱਲ ਉਹ ਉੱਥੇ ਹੀ ਖੜੀ ਹੁੰਦੀ ਹੈ। ਇਹਨੂੰ ਸਤਿਗੁਰੂ ਨੇ ਬਾਣੀ 'ਚ ਲਿਖਿਆ ਕਿ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ। ਹੁਣ ਇਹਦਾ ਪੂਰਾ ਪਾਠ ਕੀ ਹੈ? ਪਾਠ ਇਹ ਹੈ ਵੀ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ। ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ। ਹੁਣ ਕਿਤੇ ਨਾ ਕਿਤੇ ਇੱਦਾਂ ਲੱਗਦਾ ਨਹੀਂ ਵੀ ਉਹ ਵੀ ਸਾਡੇ ਵਰਗੇ ਸੀ, ਆਪਾਂ ਵੀ ਇੱਦਾਂ ਹੀ ਕਰਦੇ ਹਾਂ। ਜਦੋਂ ਥੋੜੀ ਜੀ ਸਾਡੀ ਚੜ੍ਹ ਮੱਚ ਜਾਏ ਤੇ ਫਿਰ ਅਸੀਂ ਕੀ ਕਹਿੰਦੇ ਆ? ਇਹ ਪੂਰੇ ਸ਼ਬਦ ਉਸੇ ਤਰ੍ਹਾਂ ਹੀ ਸੁਣ ਲੈਣਾ ਕਿ ਆਏ ਕੇ ਨਿਕਟ ਬੋਲੇ ਬਚਨ ਬਿਕਟ ਤਬ, ਦੇਖ ਸਭ ਸਿੱਧਨ ਕਿ ਸਿੱਧ ਜੋ ਲਗਾਇਓ ਹੈ। ਕਹਿੰਦੇ ਕਿਉਂ? ਵੇਖੀ ਫਿਰ। ਹੁਣ ਪਿੰਡਾਂ ਦੇ ਬੰਦੇ ਕੀ ਕਹਿਣਗੇ? ਕਹਿਣਗੇ ਵੇਖੀ ਯਾਰਾਂ ਦੀ ਤਾਕਤ, ਫਿਰ ਵੇਖੀ ਯਾਰਾਂ ਦੀ ਬੱਲੇ ਬੱਲੇ। ਹੁਣ ਕੀ ਫਰਕ ਰਹਿ ਗਿਆ? ਇੱਕ ਬੰਦਾ ਪਿੰਡ ਦੀ ਧੂਣੀ ਤੇ ਬੈਠਾ, ਇੱਕ ਬੰਦਾ ਸਮੇਰ ਪਰਬਤ ਤੇ ਬੈਠਾ ਹੈ। ਹੁਣ ਦੋਵਾਂ 'ਚ ਕੀ ਫਰਕ ਰਹਿ ਗਿਆ? ਜੇ ਤੁਹਾਡੀ ਮਨ ਦੀ ਅਵਸਥਾ ਦੋਵਾਂ ਦੀ ਇੱਕੋ ਜਿਹੀ ਹੈ, ਚਾਹੀਦਾ ਇਹ ਸੀਗਾ ਕਿ ਸਿੱਧ ਵੱਡੇ ਲੋਕ ਸਨ, ਉਹ ਆ ਕੇ ਹੌਲੀ ਜੀ ਕਹਿੰਦੇ ਕਿ ਨਾਨਕ ਤੱਪਾ ਜੀ ਵੇਖਿਆ ਤੁਸੀਂ, ਜੇ ਅਸੀਂ ਜੋਗੀ ਬਣੇ ਆ ਤੇ ਸਾਡੇ ਕੋਲ ਇਹ ਸ਼ਕਤੀਆਂ ਵੀ ਨੇ। ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਕਿਹਾ ਕਿਉਂ? ਵੇਖੀ ਸਾਡੀ ਤਾਕਤ। ਫਿਰ ਕੀ ਬੋਲਦੇ ਨੇ? ਸੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ, ਤੱਪਾ ਕੋ ਕਹਾਏ ਜਗ ਹਿਰਦੇ ਗਰਬਾਇਓ ਹੈ। ਇੱਧਰ ਉੱਧਰ ਕਿਸੇ ਕੋਲ ਬਹਿ ਬੁਆ ਕੇ ਚਾਰ ਗੱਲਾਂ ਸਿੱਖ ਲਈਆਂ ਤੇ ਤੱਪੇ ਥੋੜਾ ਬਣ ਜਾਈਦਾ। ਇੱਦਾਂ ਨਹੀਂ ਤੱਪੇ ਬਣਦੇ ਜਿੱਦਾਂ ਤੂੰ ਤੱਪਾ ਬਣਿਆ ਫਿਰਦਾ। ਹੁਣ ਇਹ ਟੇਢਾ ਬੋਲ ਸੀਗਾ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ, ਅਬ ਦੇਖੀ ਕਰਾ ਮਾਤ ਤੋਹੇ ਤੂਸ਼ਣ ਕਰਾਇਓ ਹੈ। ਕਹਿੰਦੇ ਕਿਉਂ? ਕਰਾਤਾ ਕਿ ਨਹੀਂ ਚੁੱਪ? ਹੁਣ ਇੰਨੀ ਗੱਲ ਤੇ ਤੁਸੀਂ ਮੈਂ ਨਾ ਆਪਣੀ ਜਨਾਨੀ ਨੂੰ ਕਹਿ ਦਿਓ ਤੇ ਉਹ ਵੀ ਹੋਰ ਨਹੀਂ ਤੇ ਵੇਲਣਾ ਤੇ ਚਲਾ ਹੀ ਦੇਗੀ। ਜੇ ਆਪਾਂ ਆਪਣੀ ਘਰ ਵਾਲੀ ਨੂੰ ਕਹੀਏ ਵੀ ਕਿਉਂ ਬਿਠਾਤੀ ਕਿ ਨਹੀਂ ਚੁੱਪ ਕਰਕੇ, ਤੇ ਜੇ ਉਹਨੇ ਚੁੱਪ ਕਰਕੇ ਬਹਿਣਾ ਵੀ ਹੋਏਗਾ ਨਾ ਤਾਂ ਵੀ ਉਹਨੇ ਵੇਲਣਾ ਚਲਾ ਦੇਣਾ। ਉਹਨੇ ਕਹਿਣਾ ਇਹਦੇ ਨਾਲ ਤੇ ਮਰੀ ਚੰਗੀ ਆ ਮੈਂ। ਵੀ ਹੈ ਕੋਈ ਗੱਲ ਟਿਕਣ ਵਾਲੀ? ਤੁਸੀਂ ਇੱਕ ਕੀਤੀ, ਦੋ ਕੀਤੀਆਂ, ਤਿੰਨ ਕੀਤੀਆਂ, ਵੀ ਤੁਸੀਂ ਭਾਈ ਰੁਕ ਜਾਓ, ਨਹੀਂ ਰੁਕੇ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਅਜਹੁ ਲੋ ਸਿੱਧ ਬੇਖ, ਅਜਹੁ ਲੋ ਸਿੱਧ ਬੇਖ, ਲੇਹੋ ਨਿਰਵਾਰੋ ਹਠ,
ਗੋਰਖ ਕੇ ਚੇਲੇ ਹੋਏ ਮੁੰਦਾ ਕਾਣ ਪਾਈਏ। ਕਹਿਣ ਲੱਗੇ ਅਜਹੂ ਲੋ ਸਿੱਧ ਵੇਖ ਲਿਹੋ ਨਿਰਵਾਰੋ ਹਟ। ਨਾਨਕ ਅਜੇ ਵੀ ਮੌਕਾ ਹੈ, ਆਪਣਾ ਹੱਟ ਛੱਡ ਦੇ, ਗੁਰੂ ਗੋਰਖ ਦਾ ਚੇਲਾ ਬਣ ਜਾ, ਕੰਨ ਵਿੱਚ ਮੁੰਦਰਾਂ ਪਾ ਲੈ ਤੇ ਜੋਗੀਆਂ ਵਾਲਾ ਭੇਖ ਧਾਰ ਲੈ। ਭਾਵ ਪਿੰਡੇ ਤੇ ਸੁਆਹ ਮੜ ਲੈ, ਤੇੜ ਲੰਗੋਟੀ ਲਾ ਲੈ, ਕੰਨਾਂ ਵਿੱਚ ਮੁੰਦਰਾਂ ਪਾ ਲੈ। ਹਾਂਜੀ। ਸਭ ਕੇ ਸਮਾਨ ਬਨ ਜੋਗ ਕੋ ਨਿਦਾਨ ਹੋਵੋ। ਬਚਨ ਕੋ ਮਾਨ ਕੈ ਵਿਭੂਤ ਤਨ ਲਾਈਐ। ਸਭ ਕੇ ਸਮਾਨ ਬਨ ਜੋਗ ਕੋ ਨਿਧਾਨ ਹੋਵੋ। ਫਿਰ ਤੂੰ ਸਾਡੇ ਵਰਗਾ ਹੋ ਜਾਏਗਾ, ਸਾਡੇ ਸਮਾਨ, ਸਾਡੇ ਬਰਾਬਰ, ਸਾਡੇ ਇਕੁਅਲ। ਫਿਰ ਤੇਰੇ ਕੋਲ ਵੀ ਰਿੱਧੀਆਂ ਸਿੱਧੀਆਂ ਦੇ ਖਜ਼ਾਨੇ ਆ ਜਾਣਗੇ, ਸ਼ਕਤੀਆਂ ਆ ਜਾਣਗੀਆਂ। ਬਚਨ ਕੋ ਮਾਨ ਕੇ ਬਭੂਤ ਤਨ ਲਾਈਏ। ਮੇਰੀ ਗੱਲ ਮੰਨ ਤੇ ਆਪਣੇ ਪਿੰਡੇ ਤੇ ਸੁਆਹ ਮਲ ਲੈ। ਹਾਂਜੀ। ਜਰਾ ਦੁਖ ਜਾਏ ਰਹੋ ਸਿੱਧਨ ਕੇ ਮਾਹੇ ਸਦਾ। ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ। ਇਸ ਕਰਕੇ ਤੂੰ ਸਿੱਧਾਂ ਦੇ ਵਿੱਚ ਸ਼ੁਮਾਰ ਹੋ ਜਾ, ਸ਼ਾਮਲ ਹੋ ਜਾ, ਕਲਾਵਾਨ ਹੋ ਜਾ ਤੇ ਵੇਖ ਫਿਰ ਤੇਰੀ ਜਗਤ ਕਿੰਨੀ ਪੂਜਾ ਕਰਦਾ। ਗਿਆਨ ਤੇਰੇ ਕੋਲ ਸਾਡੇ ਨਾਲੋਂ ਪਹਿਲਾਂ ਹੀ ਬਹੁਤ ਹੈ, ਸ਼ਕਤੀਆਂ ਹੀ ਨਹੀਂ ਹੈਗੀਆਂ। ਸ਼ਕਤੀਆਂ ਤੈਨੂੰ ਅਸੀਂ ਦੇ ਦਿੰਨੇ ਆ। ਫਿਰ ਕੀ ਹੋਏਗਾ? ਫਿਰ ਦੁਨੀਆ ਤੇਰੀ ਪੂਜਾ ਕਰੇਗੀ। ਹਾਂਜੀ। ਕਹਿ ਤੋ ਚੱਲੋ ਹੋਈਏ ਨਾ ਤੋ ਸ਼ਕਤ ਦੇਖਈਏ ਅਬ। ਦੋ ਮੈਂ ਏਕ ਕਹੀਏ ਨਿਜ ਪ੍ਰਾਣ ਕੋ ਬਚਾਈਏ। ਹੁਣ ਇਹ ਗੱਲ ਜਿਹੜੀ ਉਹਨੂੰ ਨਹੀਂ ਸੀ ਕਹਿਣੀ ਚਾਹੀਦੀ, ਉਹਨੇ ਉਹ ਵੀ ਕਹਿਤੀ। ਕਹਿਣ ਲੱਗਾ ਵੀ ਹੁਣ ਇਹ ਹੈ ਵੀ ਜਾਂ ਤੇ ਚੇਲਾ ਬਣ ਜਾ ਗੁਰੂ ਗੋਰਖ ਦਾ, ਜਾਂ ਫਿਰ ਆਪਣੀ ਸ਼ਕਤੀ ਵਿਖਾ ਦੇ। ਤੇ ਜੇ ਸ਼ਕਤੀ ਵੀ ਨਹੀਂ ਵਿਖਾਉਣੀ, ਚੇਲਾ ਵੀ ਨਹੀਂ ਬਣਨਾ। ਦੋ ਮੈਂ ਏਕ ਕੀਏ ਨਿਜ ਪ੍ਰਾਣ ਕੋ ਬਚਾਈਏ। ਨਹੀਂ ਤੇ ਹੁਣ ਤੂੰ ਬਚ ਕੇ ਨਹੀਂ ਜਾਂਦਾ ਵਾਪਸ। ਹੁਣ ਇਹ ਤੇ ਸਿੱਧਾ ਸਿੱਧਾ ਸੀ ਨਾ ਵੀ ਤੇਰੀ ਇੱਥੇ ਹੱਡੀ ਪਸਲੀ ਤੋੜਾਂਗੇ ਅਸੀਂ, ਇੱਥੇ ਥਾਂ ਮਾਰਾਂਗੇ ਤੈਨੂੰ ਅਸੀਂ। ਹੁਣ ਨਾ ਤੈਨੂੰ ਅਸੀਂ ਮੁੜਨ ਦਿੱਤਾ। ਹੁਣ ਵੇਖਨੇ ਤੂੰ ਕਿਵੇਂ ਵਾਪਸ ਜਾਣਾ ਹੈ। ਤੇ ਜੇ ਬਚਣਾ ਹੀ ਤੇ ਇੱਕ ਕੰਮ ਤੈਨੂੰ ਕਰਨਾ ਹੋਏਗਾ, ਜਾਂ ਤੈਨੂੰ ਆਪਣੀ ਸ਼ਕਤੀ ਵਿਖਾਉਣੀ ਹੋਏਗੀ, ਜਾਂ ਤੈਨੂੰ ਜੋਗੀਆਂ ਦਾ ਧਰਮ ਧਾਰਨ ਕਰਨਾ ਹੋਏਗਾ। ਹਾਂਜੀ। ਸੁਣੇ ਆਸ ਬੈਨ ਮੁਸਕਾਨੇ ਗਾਤ ਦੇਨ ਸਭ। ਸ਼ਕਤ ਕੇ ਐਨ ਬੋਲੇ ਸਹਿਜ ਸੁਭਾਏ ਕੈ। ਗੁਰੂ ਨਾਨਕ ਦੇ ਪਿਤਾ ਜੀ ਨੇ ਸੁਣ ਲਿਆ। ਸੁਣ ਕੇ ਕੀ ਕੀਤਾ? ਗੁੱਸਾ ਨਹੀਂ ਕੀਤਾ, ਅੱਖਾਂ ਲਾਲ ਨਹੀਂ ਕੀਤੀਆਂ, ਸਗੋਂ ਹੱਸ ਪਏ। ਹੁਣ ਇਹਨੂੰ ਕਹਿੰਦੇ ਨੇ ਕਿ ਅਜਰ ਜਰਨ ਦੀ ਸ਼ਕਤੀ ਹੈ। ਕੋਈ ਰੋਸ ਕੀਤਾ ਹੀ ਨਹੀਂ, ਕੋਈ ਗਿਲਾ ਗੁੱਸਾ ਗਿਲਾ ਕੀਤਾ ਹੀ ਨਹੀਂ, ਨਾ ਕੋਈ ਆਪਣੀ ਮੂੰਹ ਦੀ ਲੈਂਗੁਏਜ ਚੇਂਜ ਕੀਤੀ, ਨਾ ਆਪਣੀ ਕੋਈ ਬਾਡੀ ਲੈਂਗੁਏਜ ਚੇਂਜ ਕੀਤੀ। ਨਹੀਂ ਤੇ ਤੁਸੀਂ ਵੇਖਿਆ ਹੋਣਾ ਵੀ ਕਈਆਂ ਨੂੰ ਗੁੱਸਾ ਚੜਾ ਦਿਓ ਨਾ, ਬੋਲਣ ਨਾ ਬੋਲਣ, ਉਹਨਾਂ ਦੇ ਮੂੰਹ ਬੁੱਲ ਜਿਹੜੇ ਉਹ ਹਿਲਣੇ ਸ਼ੁਰੂ ਹੋ ਜਾਂਦੇ ਨੇ, ਮੂੰਹ ਦਾ ਰੰਗ ਲਾਲ ਹੋ ਜਾਂਦਾ ਹੈ। ਕਈਆਂ ਦੇ ਤੇ ਹੱਥ ਵੀ ਕੰਬਣ ਲੱਗ ਜਾਂਦੇ ਨੇ ਗੁੱਸੇ 'ਚੋਂ। ਐਂ ਲੱਗਦਾ ਵੀ ਜਿਵੇਂ ਉਹ ਪੁਰਾਣੀ ਐਂਬੈਸਡਰ ਕਾਰ ਹੁੰਦੀ ਸੀ ਨਾ, ਉਹ 60 ਤੋਂ ਉੱਪਰ ਜਾਂਦੀ ਸੀ, ਐਂ ਲੱਗਦਾ ਜੀ ਹੁਣੇ ਆਪੇ ਫਟ ਜੇਗੀ ਇਹ। ਉਹ ਸਵਾਰੀਆਂ ਹੀ ਕਹਿਣ ਲੱਗ ਜਾਂਦੀਆਂ ਸੀ ਭਾਈ ਸਾਹਿਬ ਹੌਲੀ ਚਲਾਓ। ਕਈ ਬੰਦਿਆਂ ਨੂੰ ਗੁੱਸੇ 'ਚ ਕਰਦੇ ਹੋ ਤੇ ਇਦਾਂ ਹੀ ਕਰਦੇ ਨੇ। ਪਤਾ ਨਹੀਂ ਬੱਚਾ ਮੈਨੂੰ ਇਕੱਲੇ ਨੂੰ ਸੁਣਦਾ ਰੌਲਾ ਪਾਉਂਦਾ। ਤੁਹਾਨੂੰ ਨਹੀਂ ਸੁਣਦਾ। ਸੁਣੇ ਅਸ ਬੈਣ ਮੁਸਕਾਨੇ ਗਤ ਦੇਣ। ਮੁਕਤੀ ਦੇ ਦਾਤੇ ਸਤਿਗੁਰੂ ਹੱਸ ਪਏ, ਗੁੱਸਾ ਨਹੀਂ ਕੀਤਾ। ਕੋਈ ਉਹਨਾਂ ਨੂੰ ਅੱਖਾਂ ਨਹੀਂ ਵਿਖਾਈਆਂ, ਕੋਈ ਉਹਨਾਂ ਦੀ ਘਸੁੰਨ ਨਹੀਂ ਵੱਟਿਆ, ਕੋਈ ਰੋਸ ਨਹੀਂ ਕੀਤਾ। ਅਸਲੀਅਤ ਇਹ ਹੈ ਕਿ ਸਤਿਗੁਰੂ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਰੋਸ ਨਾ ਕੀਜੈ ਉੱਤਰ ਦੀਜੈ। ਜੋਗੀਓ ਰੋਸ ਕਿਉਂ ਕਰਦੇ ਹੋ, ਗੁੱਸਾ ਕਿਉਂ ਕਰਦੇ ਹੋ?
ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੱਲਬਾਤ ਲੜਾਈ ਤੇ ਕਦੋਂ ਪਹੁੰਚਦੀ ਹੈ? ਜਦੋਂ ਤੁਸੀਂ ਗੱਲਬਾਤ ਵਿੱਚ ਬੋਲਣ ਤੋਂ ਜਦੋਂ ਹਾਰ ਜਾਂਦੇ ਹੋ ਤੇ ਤੁਸੀਂ ਲੜਾਈ ਤੋਂ ਉਤਰ ਜਾਂਦੇ ਹੋ। ਜਿੰਨਾ ਚਿਰ ਤੁਸੀਂ ਗੱਲਬਾਤ ਵਿੱਚ ਜਿੱਤਦੇ ਰਹੋ, ਤੁਹਾਨੂੰ ਲੜਨ ਦੀ ਲੋੜ ਕਦੇ ਨਹੀਂ ਪੈਂਦੀ। ਗੱਲਬਾਤ ਦੇ ਟੇਬਲ ਤੇ ਬੰਦਾ ਉਹ ਹੀ ਲੜੇਗਾ ਜਿਹਦੇ ਕੋਲੇ ਆਪਣੀ ਗੱਲਬਾਤ ਜਿਹੜੀ ਹੈ ਉਹ ਮੁੱਕ ਜਾਏਗੀ। ਜਦੋਂ ਉਹਦੇ ਕੋਲੇ ਜਵਾਬ ਮੁੱਕ ਜਾਣਗੇ ਫਿਰ ਉਹ ਲੜਾਈ 'ਚ ਉਤਰ ਜਾਏਗਾ। ਸਤਿਗੁਰੂ ਜੀ ਹੱਸ ਪਏ ਨੇ, ਮੁਸਕਰਾ ਪਏ ਨੇ। ਸਗੋਂ ਉਹ ਸਤਿਗੁਰੂ ਪਿਤਾ ਮਹਾਰਾਜ ਦੇਣ ਸਭ ਕੇ ਸ਼ਕਤ ਐਨ, ਜਿਹੜੇ ਸਾਰਿਆਂ ਨੂੰ ਸ਼ਕਤੀਆਂ ਵੰਡਣ ਵਾਲੇ ਨੇ, ਉਹਨਾਂ ਨੂੰ ਆ ਕੇ ਕਿਹਾ ਜਾ ਰਿਹਾ ਜੀ ਆਪਣੀ ਜਾਨ ਬਚਾ ਲਓ ਤੁਸੀਂ। ਫਿਰ ਹੋਇਆ ਕੀ? ਬੋਲੇ ਸਹਿਜ ਸੁਭਾਇਕ ਹੈ, ਬੜਾ ਹੌਲੀ ਜੀ, ਬੜੇ ਸਹਿਜ ਵਿੱਚ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਬਚਨ ਆਖੇ ਨੇ। ਹਾਂਜੀ, ਕੌਸ ਤੂੰ ਹਮਾਰੀ ਅਬ ਹੋਏ ਆਕਾਸ਼ ਚਾਰੀ, ਆਨ ਤੂੰ ਅਤਾਰ ਨਿਜ ਬਲ ਦੇਖ ਰਾਏ ਕੈ। ਸਤਿਗੁਰੂ ਆਪਣੀ ਖੜਾਮ ਨੂੰ ਕਹਿੰਦੇ ਨੇ। ਕੌਸ ਜਿਹੜੀ ਜੁੱਤੀ ਸਤਿਗੁਰੂ ਪਾਉਂਦੇ ਸੀ ਨਾ ਆਪਣੇ ਚਰਨਾਂ ਵਿੱਚ, ਉਹ ਨਾ ਤੇ ਅੱਜ ਵਰਗੇ ਕੋਈ ਸ਼ੂਜ਼ ਸੀ, ਨਾ ਬੂਟ ਸੀ, ਨਾ ਹੀ ਉਹ ਪੁਰਾਣੇ ਸਮੇਂ ਵਾਲੀ ਕੋਈ ਚੰਮ ਦੀ ਕੋਈ ਧੌੜੀ ਜੁੱਤੀ ਸੀ। ਸਤਿਗੁਰੂ ਖੜਾਵਾਂ ਪਾਉਂਦੇ ਹੁੰਦੇ ਸੀ ਲੱਕੜੀ ਦੀਆਂ। ਲੱਕੜੀ ਦੀ ਖੜਾਮ ਜਿਹੜੀ ਹੈ ਨਾ, ਉਹ ਬਿਲਕੁਲ ਫਲੈਟ ਉਹਦਾ ਤਲਾ ਹੁੰਦਾ ਤੇ ਸਿਰਫ ਅੰਗੂਠੇ ਦੀ ਉਹ ਇੱਕ ਗੁੱਲੀ ਜੀ ਬਣੀ ਹੁੰਦੀ, ਜਿਹਦੇ ਵਿੱਚ ਅੰਗੂਠਾ ਤੇ ਅੰਗੂਠੇ ਦੇ ਨਾਲ ਦੀ ਪੈਰ ਦੀ ਵੱਡੀ ਉਂਗਲ ਜਿਹੜੀ ਹੈ ਨਾ, ਉਹ ਉਹਦੇ ਵਿੱਚ ਆ ਜਾਂਦੀ ਹੈ। ਤੇ ਉਹਦੇ ਨਾਲ ਮਹਾਂਪੁਰਖ ਲੋਕ ਅੱਜ ਵੀ ਬੜੇ ਸਾਧੂ ਮਹਾਤਮਾ ਖੜਾਵਾਂ ਪਾਉਂਦੇ ਨੇ। ਹੁਣ ਜੀਵਨ ਗੁਰੂ ਨਾਨਕ ਸਾਹਿਬ ਵਰਗਾ ਹੋਵੇ ਨਾ ਹੋਵੇ, ਪਰ ਲੋਕ ਕੋਸ਼ਿਸ਼ ਤਾਂ ਕਰਦੇ ਨੇ ਵੀ ਉਹੋ ਜਿਹੀਆਂ ਖੜਾਵਾਂ ਪਾ ਕੇ ਬਾਬਾ ਨਾਨਕ ਹੀ ਬਣ ਜਾਈਏ। ਹੁਣ ਬਾਬੇ ਨਾਨਕ ਨੇ ਆਪਣੀ ਖੜਾਮ ਨੂੰ ਕਿਹਾ ਵੀ ਕੌਂਸ ਤੂੰ ਏਦਾਂ ਕਰ, ਤੂੰ ਆਕਾਸ਼ ਵਿੱਚ ਉੱਡਣ ਵਾਲੀ ਬਣ ਜਾ। ਅਬ ਹੋਈਏ ਆਕਾਸ਼ ਚਾਰੀ, ਚਾਰੀ ਦਾ ਮਤਲਬ ਉੱਡਣ ਵਾਲੀ। ਤੂੰ ਰਹਿੰਦੀ ਤੇ ਸਾਡੇ ਚਰਨਾਂ ਵਿੱਚ ਹੈ, ਪਰ ਹੁਣ ਏਦਾਂ ਕਰ ਵੀ ਤੂੰ ਉੱਡ, ਆਕਾਸ਼ ਵਿੱਚ ਚਲੀ ਜਾ। ਆਣ ਤੂੰ ਉਤਾਰੀ ਨਿਜ ਬਲ ਦਖਰਾਇਕ ਹੈ। ਤੇ ਆ ਜਿੰਨੇ ਆਕਾਸ਼ ਵਿੱਚ ਉੱਡਦੇ ਫਿਰਦੇ ਨੇ, ਇਹਨਾਂ ਨੂੰ ਥੱਲੇ ਲੈ ਕੇ ਆਵੀਂ, ਪਰ ਏਦਾਂ ਨਾ ਲਿਆਵੀਂ, ਆਪਣੀ ਸ਼ਕਤੀ ਵਿਖਾ ਕੇ ਲਿਆਵੀਂ। ਜਿਵੇਂ ਉਹ ਪੁਲਿਸ ਵਾਲੇ ਘੱਲਦੇ ਨੇ ਨਾ ਬੰਦੇ ਨੂੰ, ਜਦੋਂ ਫੜਨ ਜਾਂਦੇ ਨੇ ਪੁਲਿਸ ਵਾਲੇ। ਵੈਸੇ ਕਦੇ ਪਤਾ ਨਹੀਂ ਤੁਸੀਂ ਸਟੱਡੀ ਕੀਤੀ ਨਹੀਂ ਕੀਤੀ, ਇਹ ਉਹਨਾਂ ਦੀ ਇੱਕ ਜਿਹੜੀ ਜੌਬ ਹੈ ਨਾ, ਉਹਦਾ ਇੱਕ ਪਾਰਟ ਹੈ। ਹੁਣ ਜੇ ਪੁਲਿਸ ਵਾਲੇ ਕਿਸੇ ਦੇ ਘਰ ਜਾ ਕੇ ਕਹਿਣ ਭਾਜੀ ਘਰੇ ਹੀ ਹੋ, ਭਾਜੀ ਤੁਹਾਡੇ ਦਰਸ਼ਨ ਕਰਨੇ ਸੀ ਥਾਣੇ 'ਚ, ਤੇ ਕਿਹੜਾ ਥਾਣੇ ਜਾਏਗਾ ਜੀ? ਪਹਿਲਾਂ ਤਾਂ ਉਹਨਾਂ ਦਗੜ ਦਗੜ ਕਰਕੇ ਅੰਦਰ ਵੜਨਾ ਹੁੰਦਾ। ਨੋਰਮਲ ਕਦੇ ਪੁਲਿਸ ਕਿਸੇ ਦੇ ਘਰ ਨਹੀਂ ਵੜਦੀ। ਉਹਨਾਂ ਦਾ ਵੜਨਾ ਹੀ ਇੱਕ ਦਹਿਸ਼ਤ ਹੁੰਦਾ ਹੈ ਵੀ ਘਰ ਦੇ ਜੀਅ ਜਿਹੜੇ ਨੇ ਉਹ ਠਠੰਬਰ ਜਾਣ। ਫਿਰ ਦੂਜਾ ਹੁੰਦਾ ਵੀ 8-7 ਗਾਲਾਂ ਕੱਢਣੀਆਂ ਤੇ 2-4 ਚਪੇੜਾਂ ਮਾਰਨੀਆਂ। ਇਹ ਉਹਨਾਂ ਦੀ ਜੌਬ ਦਾ ਇੱਕ ਪਾਰਟ ਹੈ। ਇਹ ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਰਦੇ ਕਿਉਂ? ਕਹਿੰਦੇ ਗਿਆਨੀ ਜੀ ਮੋਢੀ ਉੱਥੋਂ ਵੱਜਦਾ ਸਾਡੀ ਤਬਦੀਸ਼ ਦਾ, ਸਾਨੂੰ ਨਹੀਂ ਤੇ ਕੋਈ ਪੁਲਿਸ ਮੰਨੇ ਹੀ ਨਾ। ਉਹਨਾਂ ਦਾ ਸੋਚਣਾ ਵੀ ਸ਼ਾਇਦ ਸ਼ਹਿਰੋਂ ਭਈਏ ਆਏ ਨੇ, ਸਾਹਿਬ ਹੈਗੇ ਆ, ਦਿਲ ਕਰੇਗਾ ਥਾਣੇ ਜਾਵਾਂਗੇ, ਦਿਲ ਕਰੇਗਾ ਨਹੀਂ ਜਾਵਾਂਗੇ। ਕਹਿੰਦਾ ਫਿਰ ਜਨਾਨੀਆਂ ਹੀ ਕਹਿਣ ਲੱਗ ਪੈਂਦੀਆਂ ਭਾਜੀ ਮਾਰਿਓ ਨਾ ਲੈ ਜਾਓ, ਭਾਵੇਂ ਮਾਰਿਓ ਨਾ ਲੈ ਜਾਓ ਭਾਵੇਂ। ਗੱਲ ਤੇ ਠੀਕ ਹੈ, ਢੰਗ ਤੇ ਇਹੀ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਆਪਣੀ ਕੌਂਸ ਨੂੰ ਵੀ ਤੂੰ ਏਦਾਂ ਕਰੀ ਵੀ ਇਹਨਾਂ ਨੂੰ ਨਾ ਪਿਆਰ ਨਾਲ ਨਾ ਲਿਆਵੀਂ। ਦੇਖੋ ਸ਼ਬਦ ਸੁਣਨ ਵਾਲੇ ਨੇ। ਆਣ ਤੂੰ ਉਤਾਰੀ ਨਿਜ ਬਲ ਦਿਖਰਾਇਕ ਹੈ। ਖੜਾਮ ਥੋੜੀ ਜੀ ਆਪਣੀ ਤਾਕਤ ਵਿਖਾਵੀਂ ਉੱਥੇ, ਇਹਨਾਂ ਨੂੰ ਪਤਾ ਤੇ ਲੱਗੇ ਵੀ ਜੇ ਇਹਨਾਂ ਦੀ ਬੈਰਾਗਣ ਵਿੱਚ ਤਾਕਤ ਹੈ, ਇਹਨਾਂ ਦੀ ਜਿਹੜੀ ਉਹ ਮਿਰਗ ਦੀ ਖਲ ਉਹਦੇ ਵਿੱਚ ਤਾਕਤ ਹੈ, ਜੇ ਇਹਨਾਂ ਦੇ ਡੰਡੇ ਤੇ ਉਹ ਮੰਗਣ ਵਾਲੇ ਠੂਠੇ 'ਚ ਤਾਕਤ ਹੈ, ਤੇ ਇਹਨਾਂ ਨੂੰ ਪਤਾ ਤੇ ਲੱਗੇ ਵੀ ਨਾਨਕ ਤੱਪੇ ਦੀ ਖੜਾਮ ਵਿੱਚ ਕਿੰਨੀ ਤਾਕਤ ਹੈ। ਹਾਂਜੀ, ਸੁਣੇ ਜਬ ਵਾਕ ਤਤ ਕਾਲ ਅਸਮਾਨ ਗਈ, ਸਿੱਧਨ ਕੀ ਸ਼ਕਤਾ
ਜੋ ਦਈ ਵਿੱਚ ਲਾਇ ਕੈ। ਬਸ ਗੁਰੂ ਜੀ ਦੇ ਬਚਨ ਕਰਨ ਦੀ ਦੇਰ ਸੀ, ਖੜਾਮ ਜਿਹੜੀ ਉਹ ਉੱਡੀ, ਤੇ ਸਭ ਤੋਂ ਪਹਿਲਾ ਕੰਮ ਉਹਨੇ ਇਹ ਕੀਤਾ ਵੀ ਜਿੰਨੀ ਕੁ ਸਤ੍ਹਾ ਤੇ ਜਿੰਨੇ ਕੁ 100 ਫੁੱਟ ਉਹ ਉੱਡ ਰਿਹਾ ਹੋਏਗਾ ਸਮਾਨ, ਇਹ ਉਹਦੇ ਤੋਂ 10-50 ਫੁੱਟ ਹੋਰ ਉੱਚੀ ਚਲੀ ਗਈ। ਉਹ ਜਿਹੜੇ ਪਤੰਗਾ ਲੜਾਉਂਦੇ ਨੇ ਨਾ, ਉਹਦੀ ਪਹਿਲੀ ਥਿਊਰੀ ਇਹ ਵੀ ਹੈ, ਇਹ ਨਹੀਂ ਹੁੰਦਾ ਵੀ ਤੁਸੀਂ ਪਤੰਗ ਨੀਵੀਂ ਉਡਾਓ, ਪਹਿਲਾਂ ਹੁੰਦਾ ਵੀ ਆਪਣੀ ਪਤੰਗ ਉੱਚੀ ਉਡਾ ਕੇ ਵਿਖਾਓ, ਫਿਰ ਹੁੰਦਾ ਵੀ ਅਗਲੇ ਦੀ ਪਤੰਗ ਕੱਟ ਕੇ ਵਿਖਾਓ। ਪਹਿਲਾ ਕੰਮ ਖੜਾਮ ਨੇ ਕੀ ਕੀਤਾ ਕਿ ਉਹਨਾਂ ਦੇ ਉਡਾਰੀ ਤੋਂ ਉੱਚੀ ਉਡਾਰੀ ਭਰੀ ਹੈ, ਉਹਨਾਂ ਤੋਂ ਉੱਚੀ ਆਕਾਸ਼ ਦੇ ਵਿੱਚ ਸਤਿਗੁਰੂ ਦੀ ਖੜਾਮ ਪਹੁੰਚਦੀ ਹੈ। ਹਾਂਜੀ, ਜੈਸੇ ਹੋਇ ਬਟੇਰਾ ਤੈਹ ਪਾਛੇ ਬਾਜ ਸ਼ੋਰਾ, ਤੈਸੇ ਤਰੇ ਸਭ ਕਰੇ ਰਹੀ ਉਪਰ ਸੁਹਾਈ ਕੈ। ਅਗਲੀ ਉਦਾਹਰਨ ਬਟੇਰੇ ਦੀ ਹੈ। ਜਿਹੜੇ ਸ਼ਿਕਾਰੀ ਲੋਕ ਨੇ ਨਾ, ਇਹ ਤਿੱਤਰਾਂ ਦਾ, ਬਟੇਰਿਆਂ ਦਾ, ਖਰਗੋਸ਼ਾਂ ਦਾ, ਇਹ ਜੰਗਲੀ ਸੂਰਾਂ ਦਾ ਸ਼ਿਕਾਰ ਕਰਦੇ ਨੇ, ਹਿਰਨਾਂ ਦਾ। ਜਿਹੜੇ ਮਾਸਾਹਾਰੀ ਸ਼ਿਕਾਰੀ ਲੋਕ ਨੇ, ਹੁਣ ਉਹ ਸ਼ਿਕਾਰ ਖੇਡਣ ਵਾਸਤੇ ਸ਼ਿਕਾਰੀ ਕੁੱਤੇ ਵੀ ਹੁੰਦੇ ਨੇ, ਉਹਨਾਂ ਕੋਲੇ ਤੀਰ ਕਮਾਨ ਵੀ ਹੁੰਦੀਆਂ ਨੇ, ਗਲੇਲਾਂ ਵੀ ਹੁੰਦੀਆਂ ਨੇ। ਮੈਂ ਤੇ ਇੱਕ ਐਸਾ ਬੰਦਾ ਵੀ ਵੇਖਿਆ ਸੀ, ਆਪਣੇ ਨਾਨਕਿਆਂ ਦੇ ਪਿੰਡੋਂ, ਯੂਪੀ ਤੋਂ ਬਿਹਾਰ ਤੋਂ ਆਇਆ ਹੋਇਆ ਸੀਗਾ, ਇੱਧਰੋਂ ਯੂਪੀ ਜਾਂ ਬਿਹਾਰ ਦਾ ਹੋਏਗਾ। ਉਹ ਕਾਲਾ ਪੱਕਾ ਜਿਹਾ ਰੰਗ ਸੀ ਉਹਦਾ, ਤੇ ਉਹਦੇ ਕੋਲੇ ਹੁੰਦੀ ਸੀ ਗਲੇਲ, ਤੇ ਮਿੱਟੀ ਦੇ ਉਹ ਗੋਲੇ ਵੱਟ ਕੇ ਨਾ, ਚੀਕਣੀ ਮਿੱਟੀ ਦੇ, ਤੇ ਉਹਨਾਂ ਨੂੰ ਅੱਗ ਵਿੱਚ ਪਹਿਲਾਂ ਪਕਾਉਂਦਾ ਹੁੰਦਾ ਸੀ। ਤੁਸੀਂ ਯਕੀਨ ਕਰਨਾ ਵੀ ਜੇ ਉਹਨੇ ਗਲੇਲ ਚੁੱਕ ਲਈ ਹੈ ਨਾ, ਤਾਂ ਉਹਨੇ ਰੋਟੀ ਫਿਰ ਜਿਹੜੀ ਹੈ ਉਹ ਕਿਸੇ ਕਬੂਤਰ ਬਟੇਰੇ ਨਾਲ ਹੀ ਖਾਣੀ ਹੈ। ਉਹਨੇ 2-4 ਮਿੰਟਾਂ 'ਚ ਉਹਨੇ ਪੰਛੀ ਮਾਰ ਲੈਣਾ। ਏਡਾ ਨਿਸ਼ਾਨੇਬਾਜ਼ ਆਦਮੀ ਸੀ ਉਹ। ਹੁਣ ਇਹ ਜਿਹੜੇ ਸ਼ਿਕਾਰੀ ਜਾਨਵਰ ਨੇ, ਪੰਛੀ ਨੇ, ਉਸੇ ਤਰ੍ਹਾਂ ਜਿਹੜੇ ਸ਼ਿਕਾਰ ਕਰਨ ਵਾਲੇ ਜਾਨਵਰ ਨੇ, ਪੰਛੀ ਨੇ, ਉਹਨਾਂ ਵਿੱਚੋਂ ਸਿਰਮੌਰ ਬਾਜ ਹੈ। ਇੱਥੇ ਕਵੀ ਜੀ ਨੇ ਬਾਜ ਦੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਬਟੇਰੇ ਮਗਰ ਬਾਜ ਛੱਡ ਦਈਏ ਤੇ ਦੱਸੋ ਬਟੇਰਾ ਕੀ ਕਰੇਗਾ ਵਿਚਾਰਾ। ਹੁਣ ਬਟੇਰੇ ਦੀ ਬਾਜ ਦੇ ਅੱਗੇ ਕੀ ਸ਼ਕਤੀ ਹੈ ਕੋਈ। ਜੈਸੇ ਹਵੈ ਬਟੇਰਾ ਤੈ ਪਾਛੇ ਬਾਜ ਸ਼ੋਰਾ, ਸਿੱਧਾਂ ਦੇ ਬਟੇਰੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਬਾਜ ਛੱਡਤਾ। ਖੜਾਮ 'ਚ ਇੰਨੀ ਤਾਕਤ ਹੈ। ਤੈਸੇ ਤਰੇ ਸਭ ਕਰੇ ਰਹੀ ਉਪਰ ਸੁਹਾਇਕ ਹੈ। ਹੁਣ ਜਦੋਂ ਬਾਜ ਉੱਚਾ ਉੱਡਣ ਲੱਗ ਜਾਏ ਨਾ, ਤੇ ਜਿੰਨੇ ਪੰਛੀ ਨੇ ਸਭ ਡਰ ਜਾਂਦੇ ਨੇ। ਉਹਦਾ ਇੱਕ ਖੌਫ ਵੀ ਹੈ। ਵੇਖੋ, ਇਹ ਵੀ ਇੱਕ ਕੁਦਰਤ ਦੀ ਇੱਕ ਸੈਂਸ ਹੈ ਕਿ ਜਿਹੜੇ ਜੰਗਲੀ ਜਾਨਵਰ ਨੇ ਜਾਂ ਪੰਛੀ ਨੇ, ਉਹਨਾਂ ਨੂੰ ਬਾਜ ਦਾ, ਜਿਵੇਂ ਸ਼ੇਰ ਦਾ ਖੌਫ ਹੈ, ਬਾਜ ਦਾ ਵੀ ਖੌਫ ਹੈ। ਹਾਂਜੀ, ਕਾਇਰ ਪੈਸੂਰ ਔਰ ਕੁਰੰਗ ਸਾਰ ਦੂਰ, ਜੈਸੇ ਹੋਏ ਨਾਗਪੂਰ ਤਾਂ ਪੈ ਖੱਗ ਪਤ ਜਾਤ ਹੈ। ਹੋਇਆ ਕੀ? ਕਹਿੰਦੇ ਇਉਂ ਮਾਨੋ ਕਿ ਕੋਈ ਕਾਇਰ ਹੋਵੇ, ਡਰਪੋਕ, ਤੇ ਦੂਜੇ ਪਾਸਿਓਂ ਕੋਈ ਆ ਜਾਵੇ ਸੂਰਮਾ, ਬਹਾਦਰ। ਸੂਰਮੇ ਬਹਾਦਰ ਦੇ ਅੱਗੇ ਡਰਪੋਕ ਆਦਮੀ ਕੀ ਕਰੇਗਾ? ਵੇਖੋ, ਆਮ ਆਦਮੀ ਤੇ ਫਿਰ ਖੜ ਜਾਏਗਾ, ਘੱਟੋ ਘੱਟ 1-2 ਘਸੁੰਨ ਤੇ ਖਾਏਗਾ ਨਾ। ਤੇ ਜਿਹੜਾ ਕਾਇਰ ਹੈ ਉਹ ਕੀ ਕਰੇਗਾ? ਪਹਿਲੀ ਗੱਲ ਤੇ ਬੇਹੋਸ਼ ਹੋ ਜਾਏਗਾ, ਉਹ ਜ਼ਮੀਨ ਤੇ ਵੈਸੇ ਹੀ ਲੰਮਾ ਪੈ ਜਾਏਗਾ। ਸਾਰੇ ਕੱਪੜਿਆਂ 'ਚ ਉਹਦੀ ਮਲ ਮੂਤਰ ਵਿਸ਼ਟਾ ਨਿਕਲ ਜਾਏਗੀ। ਇਹ ਹਕੀਕਤ ਹੈ। ਤੁਸੀਂ ਵੇਖਿਆ ਹੋਣਾ, ਛੋਟਾ ਜਿਹਾ ਬੱਚਾ ਸ਼ੈਤਾਨੀਆਂ ਤੇ ਜਿੰਨੀਆਂ ਮਰਜ਼ੀ ਕਰੀ ਜਾਵੇ, ਤਾਂ ਜੇ ਕਿਤੇ ਉਧਰੋਂ ਮਾਂ ਆ ਜਾਵੇ ਕਿਤੇ, ਤੇ ਹੋਵੇ ਮਾਂ ਥੋੜੀ ਜਿਹੀ ਡਾਢੀ, ਤੇ ਬੱਚੇ ਦਾ ਪਿਸ਼ਾਬ ਵਿੱਚ ਹੀ ਨਿਕਲ ਜਾਂਦਾ ਹੈ। ਕਵੀ ਜੀ ਨੇ ਉਦਾਹਰਨਾਂ ਬੜੀਆਂ ਪਿਆਰੀਆਂ ਦਿੱਤੀਆਂ ਨੇ। ਕਹਿੰਦੇ ਜਿਵੇਂ ਕਾਇਰ ਦੇ ਸਾਹਮਣੇ ਕੋਈ ਸੂਰਮਾ ਆ ਜਾਏ। ਇਹ ਜਿਹੜੇ ਸਿੱਧਾਂ ਨੇ ਛੱਡੀਆਂ ਸੀ ਨਾ ਚੀਜ਼ਾਂ, ਤੇ ਗੁਰੂ ਨਾਨਕ ਸਾਹਿਬ ਨੇ ਛੱਡਤੀ ਖੜਾਮ। ਉਹ ਖੜਾਮ ਦੀ ਸ਼ਕਤੀ ਨੂੰ ਦੱਸਦਾ। ਖੜਾਮ ਦੀ ਸ਼ਕਤੀ ਐਸੀ ਹੈ ਜਿਵੇਂ ਬਟੇਰਿਆਂ ਦੇ ਉੱਤੇ ਬਾਜ ਹੋਵੇ। ਉਹ ਸ਼ਕਤੀ ਐਸੀ ਹੈ, ਕਹਿੰਦੇ ਜਿਵੇਂ ਕਾਇਰ ਦੇ ਸਾਹਮਣੇ ਸੂਰਮਾ ਆ ਜਾਏ, ਹਿਰਨ ਦੇ, ਮਿਰਗ ਦੇ ਸਾਹਮਣੇ ਸ਼ੇਰ ਆ ਜਾਏ, ਦੱਸੋ ਉਹਦਾ ਬਣੇਗਾ ਕੀ?
ਪਿਛਲੇ 15-20 ਦਿਨ ਆਪਾਂ ਰੋਜ਼ ਹੀ ਇਹ ਸ਼ਬਦ ਪੜ੍ਹੇ ਨੇ। ਸਿੰਘ ਬੂਕੇ ਮਿਰਗਾਵਲੀ ਭੰਨੀ, ਇਹ ਪਾਠ ਇਦਾਂ ਕਰਨਾ ਹੈ। ਹੁਣ ਨਾ ਆਉਣ ਕਰਕੇ ਸਾਰੇ ਕਰੀ ਜਾਂਦੇ ਨੇ ਸਿੰਘ ਬੂਕੇ ਮਿਰਗਾਵਲੀ। ਲੈ ਦੱਸੋ ਵੀ ਸਿੰਘ ਮਿਰਗਾਵਲੀ ਵਾਂਗੂ ਬੁੱਕ ਸਕਦਾ? ਕਦੇ ਮਿਰਗਾਵਲੀ ਹਿਰਨਾਂ ਨੂੰ ਕਦੇ ਬੁੱਕਦਿਆਂ ਵੇਖਿਆ ਤੁਸੀਂ? ਅਸੀਂ ਪਾਠ ਹੀ ਗਲਤ ਕਰਦੇ ਹਾਂ। ਪਾਠ ਹੀ ਇਹ ਸਿੰਘ ਬੁੱਕੇ ਭਬਕ ਮਾਰਦਾ ਸ਼ੇਰ, ਤੇ ਮਿਰਗਾਵਲੀ ਕੀ ਕਰਦੀ ਹੈ? ਮਿਰਗਾਵਲੀ ਭੰਨੀ, ਭੰਨੀ ਦਾ ਅਰਥ ਹੁੰਦਾ ਭੱਜਣਾ। ਜਦੋਂ ਸ਼ੇਰ ਭਬਕਦਾ ਹੈ ਤੇ ਹਿਰਨ ਭੱਜ ਜਾਂਦੇ ਨੇ, ਡਾਰਾਂ ਦੀਆਂ ਡਾਰਾਂ ਉੱਡ ਜਾਂਦੀਆਂ ਨੇ। ਹਿਰਨ ਦੇ ਸਾਹਮਣੇ ਸ਼ੇਰ ਆ ਜਾਏ, ਹੋਏ ਨਾਗ ਭੂਰ ਤਾਂ ਪੈ ਖੱਗ ਪਤ ਜਾਤ ਹੈ। ਆਪਾਂ ਸੋਚਦੇ ਸੱਪ ਬੜਾ ਜ਼ਹਿਰੀਲਾ ਹੈ, ਪਰ ਕੀ ਪਤਾ ਹੈ ਸਾਨੂੰ ਕਿ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਗਰੁੜ ਹੈ ਉਹ ਭਾਰੂ ਹੈ। ਸੱਪਾਂ ਤੇ ਗਰੁੜ ਭਾਰੂ ਹੈ। ਸ਼ਾਇਦ ਇਹ ਜਿਹੜੀ ਅੰਧ ਵਿਸ਼ਵਾਸ ਦੀ ਦੁਨੀਆ ਸੁਣਿਆ ਹੋਣਾ ਵੀ ਇਹਦੇ ਕੋਲੇ ਗਾਰੜੂ ਮੰਤਰ ਹੈ। ਮੰਤਰਾਂ ਦੇ ਵੀ ਅੱਗੋਂ ਲੋਕਾਂ ਨੇ ਨਾਂ ਰੱਖੇ ਹੋਏ ਨੇ। ਹੁਣ ਸਾਨੂੰ ਤੇ ਦੋ ਹੀ ਸ਼ਬਦ ਆਉਂਦੇ ਨੇ, ਨੀਮ ਹਕੀਮ ਖਤਰਾ ਜਾਣ। ਬਸ ਜੀ ਉਹ ਕੋਈ ਗਿਆਨੀ ਜੀ ਕੋਈ ਮੰਤਰ ਤੰਤਰ ਕਰ ਦਿਓ ਸਾਨੂੰ ਜੀ, ਲੈ ਪਤਾ ਕੁਛ ਨਹੀਂ ਉਹਨਾਂ ਨੂੰ। ਉਹ ਤਾਂ ਐਵੇਂ ਹੀ ਹੈ ਜਿਵੇਂ ਕੋਈ ਦਵਾਈ ਬੂਟੀ ਦੇ ਦਿਓ, ਅਗਲੇ ਫਿਰ ਸਵਾਈ ਦੀ ਪੁੜੀ ਬੰਨ੍ਹ ਕੇ ਦੇ ਦਿੰਦੇ ਨੇ। ਤੇ ਜਿਹਨੂੰ ਪਤਾ ਹੋਵੇ ਅਗਲਾ ਐਲੋਪੈਥੀ ਦਾ ਵੀ ਉਹ ਪੱਤਾ ਫੜ ਕੇ ਪੁੱਛਦਾ ਵਿੱਚ ਸਾਲਟ ਕਿਹੜਾ ਹੈ। ਉਹ ਤੇ ਪੂਰਾ ਉਹਦਾ ਗੂਗਲ ਤੋਂ ਕੱਢ ਲੈਂਦਾ ਵੀ ਇਹਦੇ 'ਚ ਕਿਹੜੀ ਕਿੰਨੀ ਮਿਕਦਾਰ ਹੈ, ਇਹਦਾ ਐਕਸ਼ਨ ਕੀ ਹੋਏਗਾ, ਰਿਐਕਸ਼ਨ ਕੀ ਹੋਏਗਾ। ਹੁਣ ਜਿਹਨੂੰ ਪਤਾ ਹੀ ਕੁਝ ਨਹੀਂ ਉਹ ਕੀ ਕਰੇਗਾ ਵਿਚਾਰਾ। ਜਿਵੇਂ ਸੱਪਾਂ ਦੇ ਉੱਤੇ ਗਰੁੜ ਹੈ, ਜਿਵੇਂ ਹਿਰਨ ਦੇ ਸਾਹਮਣੇ ਸ਼ੇਰ ਹੈ, ਜਿਵੇਂ ਡਰਪੋਕ ਦੇ ਸਾਹਮਣੇ ਸੂਰਮਾ ਹੈ। ਹਾਲਤ ਇਹ ਬਣ ਗਈ ਸਿੱਧਾਂ ਦੀ। ਹਾਂਜੀ। ਲਛ ਪਰ ਬਾਣ ਅਗਿਆਨ ਪੈਸੋ ਗਿਆਨ ਜੈਸੇ, ਕਰੁਣਾ ਨਿਧਾਨ ਸੰਤ ਦੋਖੀ ਪੈ ਰਿਸਾਤ ਹੈ। ਜਿਵੇਂ ਸੰਤ ਦੋਖੀਆਂ ਤੇ ਜੇ ਰਿਸ ਜਾਏ, ਪਤਾ ਤੁਹਾਨੂੰ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ। ਜਿਹੜਾ ਸੰਤ ਦਾ ਦੋਖੀ ਹੁੰਦਾ ਹੈ ਨਾ, ਰੱਬ ਐਸੀ ਮਾਰ ਮਾਰਦਾ ਵੀ ਉਹਦੀ ਅਕਲ ਸ਼ਕਲ ਸਭ ਚੇਂਜ ਹੋ ਜਾਂਦੀ ਹੈ। ਜਿਵੇਂ ਨਿਸ਼ਾਨੇ ਤੇ ਤੀਰ ਵੱਜਦਾ ਹੈ। ਵੇਖੋ ਉਦਾਹਰਨਾਂ ਬੜੀਆਂ ਕਵੀ ਜੀ ਨੇ ਵਿਦਵਤਾ ਵਾਲੀਆਂ ਦਿੱਤੀਆਂ ਨੇ। ਅਗਿਆਨੀ ਦੇ ਉੱਤੇ ਜਿਵੇਂ ਗਿਆਨ ਭਾਰੂ ਹੋ ਜਾਂਦਾ ਹੈ। ਕਈ ਮੇਰੇ ਵਰਗੇ ਮੂਰਖ ਐਵੇਂ ਮਾਰੀ ਜਾਂਦੇ ਹੁੰਦੇ ਨੇ ਬੈਠੇ, ਤੇ ਜੇ ਉਧਰੋਂ ਕਿਤੇ ਕੋਈ ਪੜ੍ਹਿਆ ਲਿਖਿਆ ਆ ਜਾਏ ਤੇ ਫਿਰ ਪਤਾ ਉਹਨਾਂ ਦੀ ਹਾਲਤ ਕੀ ਹੁੰਦੀ ਹੈ। ਸਤਿਗੁਰੂ ਦੀ ਬਾਣੀ 'ਚ ਇੱਕ ਸ਼ਬਦ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਬੈਠੇ ਹੋਣੇ ਬੰਦੇ ਵਿਚਾਰੇ ਉਹ ਲੱਗੇ ਹੋਣੇ, ਕੋਈ ਕਵੇ ਰੱਬ ਨੇੜੇ ਹੈ, ਕੋਈ ਕਵੇ ਰੱਬ ਦੂਰ ਹੈ। ਉਧਰੋਂ ਭਗਤ ਜੀ ਆ ਗਏ। ਭਗਤ ਜੀ ਕਹਿੰਦੇ ਉਹ ਤੂੰ ਕਹਿਣਾ ਵੀ ਨੇੜੇ ਹੈ, ਤੂੰ ਕਹਿਣਾ ਵੀ ਦੂਰ ਹੈ, ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇਦਾਂ ਲੱਗਿਆ ਕਿ ਜਲ ਕੀ ਮਾਛਲੀ ਚੜੇ ਖਜੂਰ। ਵੀ ਪਤਾ ਸਤਾ ਤੁਹਾਨੂੰ ਦੋਵਾਂ ਨੂੰ ਕੋਈ ਨਹੀਂ, ਪਰ ਤੁਸੀਂ ਕਰ ਕੀ ਰਹੇ ਹੋ? ਤੁਸੀਂ ਪਾਣੀ 'ਚ ਰਹਿੰਦੀ ਮੱਛੀ ਨੂੰ, ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਖਜੂਰ ਤੇ ਚੜਾਈ ਜਾਂਦੇ ਹੋ। ਚੜ ਸਕਦੀ ਹੈ? ਕੀ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ ਸਕਦੀ ਹੈ? ਆਪਾਂ ਕਹਾਂਗੇ ਜੀ ਨਹੀਂ। ਇਹੋ ਜਿਹੀਆਂ ਗੱਪਾਂ ਮਾਰ ਰਹੇ ਸੀ ਉਹ ਬੰਦੇ। ਇੱਥੇ ਵੀ ਕਵੀ ਜੀ ਕਹਿੰਦੇ ਨੇ ਜਿਵੇਂ ਅਗਿਆਨੀ ਤੇ ਗਿਆਨ ਭਾਰੂ ਹੁੰਦਾ ਹੈ। ਹੁਣ ਅਗਿਆਨੀਆਂ ਦਾ ਕੀ ਹੁੰਦਾ? ਮੇਰੇ ਵਰਗੇ ਮੂਰਖ ਐਵੇਂ ਮਾਰੀ ਜਾਂਦੇ ਹੁੰਦੇ ਨੇ, ਪਰ ਜੇ ਉੱਥੇ ਕੋਈ ਸਿਆਣਾ ਪੜ੍ਹਿਆ ਲਿਖਿਆ ਆ ਜਾਏ ਤੇ ਫਿਰ ਉਹਨਾਂ ਨੂੰ ਭੱਜਣ ਦੀ ਥਾਂ ਨਹੀਂ ਲੱਭਦੀ। ਫਿਰ ਨਹੀਂ ਥਾਂ ਲੱਭਦੀ ਵੀ ਇਹਦਾ ਇਲਾਜ ਕੀ ਹੈ। ਕਰੁਣਾ ਨਿਧਾਨ ਸੰਤ ਦੋਖੀ ਪੈ ਰਸਾਤ ਹੈ। ਮੇਰੇ ਸਤਿਗੁਰੂ ਜਿਹੜੇ ਨੇ ਉਹ ਕਿਰਪਾ ਦੇ ਘਰ ਨੇ ਭਾਈ। ਤੇ ਜੇ ਕੋਈ ਸੰਤਾਂ ਦਾ ਦੋਖੀ ਹੋਵੇ ਤੇ ਫਿਰ ਰਿਸ ਜਾਂਦੇ ਨੇ। ਪਰਮਾਤਮਾ ਜਿਹੜਾ ਹੈ ਨਾ, ਇਹ ਚੇਤਾ ਰੱਖਣਾ, ਸੰਤਨ ਦੁੱਖ ਪਾਏ ਤੇ ਕਰੋ ਕਿਰਪਾ। ਸੰਤਨ ਦੁੱਖ ਪਾਏ ਤੇ ਦੁਖੀ। ਜੇ ਰੱਬ ਦੇ ਸੰਤ ਨੂੰ ਦੁੱਖ ਮਿਲੇ ਤੇ ਉਹ ਦੁੱਖ ਕਿਹਨੂੰ ਪਹੁੰਚਦਾ ਹੈ?
ਰੱਬ ਨੂੰ। ਸੁਖ ਪਾਏ ਸਾਧਨ ਕੇ ਸੁਖੀ। ਆਪਾਂ ਸਾਰੇ ਗ੍ਰਸਤੀ ਹਾਂ। ਹੁਣ ਇਹਦੀ ਛੋਟੀ ਜਿਹੀ ਉਦਾਹਰਨ ਹੈ, ਕਿਸੇ ਬੰਦੇ ਨੇ ਗੱਡੀ ਵਿੱਚ ਬੈਠਿਆ ਤੁਹਾਡੇ ਬੱਚੇ ਨੂੰ ਚਾਕਲੇਟ ਦੇ ਦਿੱਤਾ, ਬਿਸਕੁਟ ਦੇ ਦਿੱਤਾ, ਇੱਕ ਲਿਆ ਕੇ ਕੇਲਾ ਦੇ ਦਿੱਤਾ। ਤੁਹਾਨੂੰ ਇਦਾਂ ਨਹੀਂ ਲੱਗੇਗਾ ਜਿਵੇਂ ਭੂਆ ਦਾ ਮੁੰਡਾ ਹੁੰਦਾ ਵੀ ਉਹਨੇ ਤੁਹਾਡੇ ਬੱਚੇ ਨੂੰ ਪਿਆਰ ਕੀਤਾ? ਤੇ ਜਿਵੇਂ ਹੁਣ ਇੱਥੇ ਮੈਂ ਕਹਿ ਦਿੰਦਾ ਵੀ ਬੀਬੀ ਕਾਕਾ ਰੋਂਦਾ ਹੈ, ਤੇ ਮੈਨੂੰ ਪਤਾ ਵੀ ਪਤਾ ਜਾਂਦੀਆਂ ਕੀ ਕਹਿੰਦੀਆਂ ਨੇ, ਇਹਦੇ ਆਪਣੇ ਜਵਾਕ ਹੋਣ ਤੇ ਇਹਨੂੰ ਪਤਾ ਲੱਗੇ। ਕਈ ਤਾਂ ਇਹੀ ਸੋਚਦੀ ਹੋਣੀ ਵੀ ਆਪਣੇ ਤੇ ਹੋਣੇ ਹੀ ਨਹੀਂ ਸ਼ਾਇਦ, ਕਿਉਂਕਿ ਅਸੀਂ ਗੁੱਸਾ ਕਰਾਂਗੇ ਵੀ ਮੇਰਾ ਬੱਚਾ ਚੀਕ ਵੀ ਮਾਰੇ ਤੇ ਸਾਨੂੰ ਐਂ ਲੱਗਦਾ ਵੀ ਜਿਵੇਂ ਇਹੋ ਜਿਹੀ ਸੀਟੀ ਤੇ ਕੋਈ ਮਾਰ ਹੀ ਨਹੀਂ ਸਕਦਾ। ਅਸਲ ਵਿੱਚ ਰੱਬ ਨੂੰ ਸੰਤ ਬੱਚਿਆਂ ਵਾਂਗੂ ਪਿਆਰੇ ਲੱਗਦੇ ਨੇ। ਤੇ ਜਿਵੇਂ ਅਸੀਂ ਕਿਸੇ ਦੇ ਬੱਚੇ ਨੂੰ ਕੁਝ ਕਹੀਏ ਤੇ ਗੁੱਸਾ ਕਿਹਨੂੰ ਆਉਂਦਾ ਹੈ? ਦੇਖੋ, ਬੱਚਾ ਤੇ ਹੁੰਦਾ ਹੈ ਪਾਣੀ ਵਰਗਾ, ਪਾਣੀ 'ਚ ਡਾਂਗ ਮਾਰੋ ਉਹ ਕਿਹੜਾ ਫਟਦਾ ਹੈ? ਡਾਂਗ ਬਾਹਰ ਕੱਢੋ, ਪਾਣੀ ਫਿਰ ਉਹੋ ਜਿਹਾ ਹੀ ਹੈ। ਬੱਚੇ ਨੂੰ ਕੀ ਹੁੰਦਾ? ਬੱਚੇ ਨੂੰ ਕੁਝ ਨਹੀਂ ਹੁੰਦਾ, ਪਰ ਮਾਂ ਪਿਓ ਗੱਲ ਪੱਲੇ ਬੰਨ ਲੈਂਦੇ ਵੀ ਸਾਡੇ ਬੱਚੇ ਨੂੰ ਤਾਂ ਗਿਆਨੀ ਜੀ ਨੇ ਇੱਦਾਂ ਕਹਿਤਾ ਸੀ। ਹੁਣ ਆਪਣੀ ਗਲਤੀ ਨਹੀਂ ਮੰਨਣੀ ਵੀ ਜੇ ਬੱਚਾ ਰੋ ਰਿਹਾ ਤੇ ਤੁਹਾਡੇ ਕਰਕੇ ਰੋ ਰਿਹਾ ਹੈ। ਬੱਚੇ ਨੂੰ ਕੋਈ ਸ਼ੌਕ ਥੋੜਾ ਵੀ ਇੱਥੇ ਆ ਕੇ ਰੋਵਾਂਗਾ ਤੇ ਫਿਰ ਲਾਈਵ ਟੈਲੀਕਾਸਟ ਹੋਏਗਾ, ਉਹਨੂੰ ਕੀ ਪਤਾ ਹੈ? ਮਾਂ ਪਿਓ ਦੀ ਗਲਤੀ, ਜਾਂ ਉਹਨੂੰ ਠੰਡ ਲੱਗਦੀ ਹੋਏਗੀ ਜਾਂ ਗਰਮੀ ਲੱਗਦੀ ਹੋਏਗੀ ਜਾਂ ਉਹਨੇ ਕੁਝ ਖਾਣਾ ਹੋਏਗਾ ਜਾਂ ਕੋਈ ਚੀਜ਼ ਮੰਗਦਾ ਹੋਏਗਾ, ਤੁਸੀਂ ਨਹੀਂ ਦੇ ਰਹੇ। ਹੋਰ ਕੋਈ ਬੱਚੇ ਨੂੰ ਕਹੇ ਤੇ ਨਹੀਂਗਾ ਵੀ ਮੈਂ ਗੁਰਦੁਆਰੇ ਰੋਵਾਂਗਾ। ਤਾਂ ਇੱਥੇ ਕਈ ਕਰਦੇ ਨੇ ਵੈਸੇ, ਜੋ ਅਰਦਾਸ ਵਿੱਚ ਕਈ ਕਹਿੰਦੇ ਵੀ ਬੋਲੋ ਜੀ ਵਾਹਿਗੁਰੂ, ਤਾਂ ਫਿਰ ਵੱਖਰੀ ਜੀ ਚੀਕ ਮਾਰਨਗੇ ਵੀ ਸਾਡੀ ਆਵਾਜ਼ ਲੋਕਾਂ ਨੂੰ ਪਤਾ ਲੱਗੇ ਵੀ ਇਹ ਫਲਾਣਾ ਬੋਲਿਆ ਹੀ ਮਗਰੋਂ ਹੈ। ਇਹੋ ਜਿਹੇ ਸਿਆਣੇ ਵੀ ਬੱਚਿਆਂ ਵਰਗੇ ਹੈਗੇ ਨੇ। ਰੱਬ ਦੇ ਭਗਤਾਂ ਨੂੰ ਕੋਈ ਦੁੱਖ ਦੇਗਾ ਤੇ ਉਹ ਦੁੱਖ ਰੱਬ ਨੂੰ ਪਹੁੰਚਦਾ ਹੈ, ਫਿਰ ਰੱਬ ਉਸ ਬੰਦੇ ਨੂੰ ਬਖਸ਼ਦਾ ਨਹੀਂ ਹੈ। ਸੰਤ ਦੋਖੀ ਪੇਰ ਸਾਤ ਹੈ, ਫਿਰ ਰੱਬ ਜਿਹੜਾ ਹੈ ਨਾ ਉਸ ਸੰਤ ਦੋਖੀ ਤੇ ਆਪਣਾ ਰੋਸ ਕੱਢ ਦਿੰਦਾ ਹੈ। ਫਿਰ ਕੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਰੱਬ ਫਿਟਕ ਦੇਵੇ, ਜਿਨ੍ਹਾਂ ਨੂੰ ਗੁਰੂ ਫਿਟਕ ਦੇਵੇ, ਜੋ ਸਤਿਗੁਰ ਫਿਟਕੇ ਕਰੋ ਕਿਰਪਾ, ਸੇ ਸਭ ਜਗਤ ਫਿਟਕੇ। ਸਤਿਗੁਰੂ ਦੇ ਫਟਕਾਰਿਆਂ ਨੂੰ ਜਗਤ ਮੂੰਹ ਨਹੀਂ ਲਾਉਂਦਾ, ਫਿਰ ਜਗਤ ਵੀ ਉਹਨਾਂ ਨੂੰ ਫਟਕਾਰ ਦਿੰਦਾ ਹੈ। ਹਾਂਜੀ। ਪਾਪਨ ਪੈ ਨਾਮ ਜਪ ਦ્વੈਤ ਪੈ ਭਗਤ ਜੈਸੇ, ਆਜਾ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ ਹੈ। ਪਾਪਨ ਪੈ ਨਾਮ ਜਪ, ਜੇ ਪਾਪਾਂ ਤੇ ਨਾਮ ਜਪਿਆ ਜਾਏ ਤੇ ਤੁਹਾਨੂੰ ਪਤਾ ਹੈ ਪਾਪ ਭੱਜ ਜਾਂਦੇ ਨੇ। ਹੁਣ ਮੰਨ ਲਓ ਤੁਹਾਡੇ ਤੋਂ ਪਾਪ ਹੋਇਆ, ਮੇਰੇ ਤੋਂ ਪਾਪ ਹੋਇਆ, ਹੁਣ ਉਹਦਾ ਤਰੀਕਾ ਕੀ ਹੈ? ਪਾਪ ਤੋਂ ਬਖਸ਼ੇ ਜਾਣ ਦਾ ਤਰੀਕਾ ਹੈ ਨਾਮ ਜਪਣਾ। ਅਸੀਂ ਨਾਮ ਨਹੀਂ ਜਪਦੇ। ਅਸੀਂ ਕਹਿੰਦੇ ਵੀ ਸਰੋਵਰ 'ਚ ਇਸ਼ਨਾਨ ਕਰ ਲਓ, ਕਿਸੇ ਗੰਗਾ ਤੇ ਇਸ਼ਨਾਨ ਕਰ ਲਓ, ਕਿਤੇ ਜਮਨਾ ਤੇ ਇਸ਼ਨਾਨ ਕਰ ਲਓ। ਅਸੀਂ ਪਾਪ ਧੋਣੇ ਚਾਹੁੰਦੇ ਆ, ਲਾਉਣੇ ਨਹੀਂ ਚਾਹੁੰਦੇ। ਗੁਰਮਤਿ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ। ਇਹ ਪੂਰੀ ਇੱਕ ਪੌੜੀ ਹੈ ਜਪਜੀ ਸਾਹਿਬ ਦੀ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਖੇ। ਜੇ ਤੁਹਾਡੇ ਹੱਥਾਂ ਪੈਰਾਂ ਨੂੰ ਮਿੱਟੀ ਲੱਗੀ ਹੈ ਤੇ ਪਾਣੀ ਨਾਲ ਧੋਵੋ, ਬਿਲਕੁਲ ਧੁੱਪ ਜਾਏਗੀ। ਪਰ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਜੇ ਤੁਹਾਡੇ ਕੱਪੜਿਆਂ ਨੂੰ ਮਲ ਮੂਤਰ ਵਿਸ਼ਟਾ ਲੱਗੀ ਤੇ ਪਾਣੀ ਨਾਲ ਨਹੀਂ ਧੁੱਪੇਗੀ, ਫਿਰ ਤੁਹਾਨੂੰ ਸਾਬਣ ਸਰਫ ਚਾਹੀਦਾ। ਅਗਲੀ ਤੀਸਰੀ ਗੱਲ ਹੈ ਕਿ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜੇ ਮਤ ਪਾਪਾਂ ਨਾਲ ਭਰ ਗਈ ਹੈ ਤੇ ਸਾਬਣ ਨਾਲ ਨਹੀਂ ਜੇ ਧੁੱਪਣੀ। ਪਾਪਾਂ ਵਾਲੀ ਮਤ ਪਾਣੀ ਨਾਲ ਨਹੀਂ ਜੇ ਧੁੱਪਣੀ। ਸੰਸਾਰ ਧੋਖਾ ਹੀ ਇੱਥੇ ਖਾ ਗਿਆ ਵੀ ਅਸੀਂ ਪਾਪ ਕਰਕੇ ਤੀਰਥਾਂ ਦੇ ਭੱਜੇ ਫਿਰਦੇ ਆ। ਤੀਰਥਾਂ ਨੇ ਪਾਪ ਨਹੀਂ ਜੇ ਧੋਣੇ। ਤੀਰਥ ਨਹਾਵਣ ਜਾਓ, ਕਰੋ ਕਿਰਪਾ, ਤੀਰਥ ਨਹਾਵਣ ਜਾਓ
ਤੀਰਥ ਨਾਮ ਹੈ। ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈ। ਇਸ ਕਰਕੇ ਭਾਈ, ਪਾਪਣ ਪੈ ਨਾਮ ਜਾਪ, ਦਵੈਤ ਪੈ ਭਗਤ ਜੈਸੇ, ਅਜਾ ਕੈ ਨਿਕਟ ਬ੍ਰਿਕ ਜਾਤ ਨਾ ਡਰਾਤ ਹੈ। ਅਗਰ ਤੁਹਾਡੇ ਹਿਰਦੇ ਵਿੱਚ ਦਵੈਤ ਹੈ, ਅਗਰ ਤੁਹਾਨੂੰ ਪਤਾ ਲੱਗ ਜੇ ਨਾ ਵੀ ਪਤਾ ਨਹੀਂ ਮੈਂ ਸਾਰਿਆਂ ਨਾਲ ਹੀ ਈਰਖਾ ਕਰੀ ਜਾਂਦਾ, ਮੈਂ ਸਾਰਿਆਂ ਨਾਲ ਲੜੀ ਜਾਂਦਾ। ਦੇਖੋ, ਪਹਿਲਾਂ ਤੇ ਬਿਮਾਰੀ ਜਿਹੜੀ ਹੈ ਨਾ, ਇਹ ਡਾਇਗਨੋਜ਼ ਹੋਣੀ ਬੜੀ ਜ਼ਰੂਰੀ ਹੈ। ਜਦੋਂ ਅੱਜ ਕੱਲ੍ਹ ਟੈਸਟਾਂ ਦੀ ਗੱਲ ਆਉਂਦੀ ਹੈ ਤੇ ਬੜੀ ਲੰਬੀ ਲਾਈਨ ਹੁੰਦੀ ਹੈ। ਉਹ ਜਦੋਂ ਨੂੰ ਸਰਕਾਰੀ ਹਸਪੀਟਲ 'ਚ ਐਕਸਰੇ ਹੁੰਦੇ ਨੇ, ਬਲੱਡ ਦੀ ਰਿਪੋਰਟ ਆਉਂਦੀ, ਕੋਈ 15-20 ਦਿਨ ਦੀ ਟਾਈਮ ਲਾਈਨ ਲੱਗੀ ਹੁੰਦੀ ਹੈ। ਤਾਂ ਸਿਆਣੇ ਬੰਦੇ ਕਹਿੰਦੇ ਵੀ ਇਹਦੀ ਰਿਪੋਰਟ ਉਦੋਂ ਆਉਣੀ ਜਦੋਂ ਉਹਨੂੰ ਫੋਟੋ ਤੇ ਹਾਰ ਪੈ ਜਾਣਾ ਹੈ। ਉਹਨੇ ਦਿਨਾਂ ਨੂੰ ਬੰਦਾ ਮਰ ਜਾਂਦਾ ਹੈ। ਹੁਣ ਜਿਸ ਬੰਦੇ ਨੂੰ MRI ਦੀ ਲੋੜ ਹੈ ਤੇ ਉਹਨੂੰ ਕਿਹਾ ਜਾਵੇ ਵੀ 13-15 ਦਿਨਾਂ ਬਾਅਦ ਹੋਏਗੀ, ਤੁਸੀਂ ਕੀ ਸੋਚਦੇ ਵੀ ਕੱਢ ਜੂਗਾ ਉਹਨੇ ਦਿਨ? ਜਦੋਂ ਨੂੰ ਉਹਦੀ ਐਕਸਰੇ ਦੀ ਵਾਰੀ ਆਉਣੀ, ਉਦੋਂ ਨੂੰ ਉਹਦੇ ਫੁੱਲਾਂ ਦੇ ਹਾਰ ਪਏ ਹੋਣੇ ਉਹਦੀ ਫੋਟੋ ਤੇ, ਆਪੇ ਕੰਮ ਖਤਮ ਹੋ ਗਿਆ। ਸਾਨੂੰ ਬਹੁਤਿਆਂ ਨੂੰ ਨਹੀਂ ਪਤਾ ਵੀ ਅਸੀਂ ਪਹਿਲਾਂ ਆਪਣੇ ਆਪ ਨੂੰ ਖੁਦ ਜਾਣੋ। ਤੁਸੀਂ, ਤੁਹਾਡੇ ਤੋਂ ਵੱਡਾ ਤੁਹਾਡਾ ਡਾਕਟਰ ਹੋਰ ਕੋਈ ਨਹੀਂ ਹੈਗਾ। ਤੁਹਾਨੂੰ ਕਿੰਨੀ ਭੁੱਖ ਲੱਗਦੀ ਹੈ, ਕਦੋਂ ਲੱਗਦੀ ਹੈ, ਕਿੰਨੀ ਨੀਂਦ ਆਉਂਦੀ ਹੈ, ਕਦੋਂ ਆਉਂਦੀ ਹੈ, ਤੁਸੀਂ ਆਪਣੇ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਲੋਕਾਂ ਦਾ ਗਿਆਨ ਇਕੱਠਾ ਕਰਨ ਤੇ ਸਾਰੀ ਉਮਰ ਕੱਟ ਦਿੱਤੀ ਹੈ। ਮੈਂ 1000 ਵਾਰੀ ਇੱਥੇ ਬੈਠ ਕੇ ਬੇਨਤੀ ਕੀਤੀ ਹੈ ਕਿ ਪਿੰਡ ਦੇ ਬੰਦੇ ਤੇ ਸ਼ਹਿਰ ਦੇ ਬੰਦੇ ਦੇ ਤਰੱਕੀ ਕਰਨ 'ਚ ਕੀ ਫਰਕ ਹੈ। ਤੁਸੀਂ ਸ਼ਹਿਰ ਦੇ ਬੰਦੇ ਨੂੰ ਪੁੱਛ ਲਓ, ਥੱਲੇ ਖਲੋਤੇ ਨੂੰ, ਵੀ ਉੱਪਰ ਕੌਣ ਰਹਿਤਾ ਹੈ, ਕਹਿੰਦਾ ਬਾਊ ਜੀ ਪਤਾ ਨਹੀਂ, ਕੋਈ ਸਰਦਾਰ ਫੈਮਿਲੀ ਹੈ, ਬਸ ਖਤਮ। ਤੇ ਬੱਸ ਅੱਡੇ ਦੇ ਪਿੰਡ ਦੇ ਬੰਦੇ ਨੂੰ ਪੁੱਛ ਲਓ, ਉਹ ਤੁਹਾਨੂੰ ਪੇਕੇ ਵੀ ਦੱਸੂਗਾ ਕਿੱਥੇ ਨੇ, ਸਹੁਰੇ ਵੀ ਦੱਸੂਗਾ ਕਿੱਥੇ ਨੇ, ਉਹ ਤੁਹਾਡੇ ਨਾਨਕੇ ਵੀ ਦੱਸ ਦੂਗਾ, ਉਹ ਵੀ ਦੱਸ ਦੂਗਾ ਵੀ ਉਹਨਾਂ ਦੇ 4-5 ਮੁੰਡੇ ਨੇ। ਤੇ ਜਿਹੜੀ ਗੱਲ ਨਹੀਂ ਦੱਸਣ ਵਾਲੀ ਉਹ ਵੀ ਦੱਸ ਦੂਗਾ ਵੀ ਉਹਨਾਂ ਦੇ ਇੱਕ ਮੁੰਡੇ ਨੇ ਘਰੋਂ ਭੱਜ ਕੇ ਵਿਆਹ ਕਰਾਇਆ, ਉਹ ਵੀ ਦੱਸ ਦੂਗਾ। ਉਹ ਤੇ ਪਟਵਾਰੀ ਵਾਂਗੂ ਸਾਰਾ ਸ਼ੀਸ਼ਾ ਹੀ ਚੁੱਕੀ ਫਿਰਦਾ ਤੇ ਉਹਨੇ ਆਪਣੀ ਤਰੱਕੀ ਕੀ ਕਰਨੀ ਹੈ। ਜਿਹਨੇ ਆਪਣੀ ਤਰੱਕੀ ਕਰਨੀ, ਉਹਨੇ ਆਪਣਾ ਗਿਆਨ ਹਾਸਲ ਕਰਨਾ, ਉਹਨੇ ਪਿੰਡ ਦਾ ਗਿਆਨ ਇਕੱਠਾ ਨਹੀਂ ਕਰਨਾ। ਸ਼ਹਿਰੀ ਜ਼ਿੰਦਗੀ ਦਾ ਇੱਕ ਪੱਖ ਮਾੜਾ ਹੈ ਕਿ ਕਿਸੇ ਨੂੰ ਕਿਸੇ ਬਾਰੇ ਪਤਾ ਨਹੀਂ, ਪਰ ਇੱਕ ਪੱਖ ਬਹੁਤ ਚੰਗਾ ਹੈ ਕਿ ਉਹਨਾਂ ਨੇ ਆਪਣਾ ਟਾਈਮ ਇਸ ਕੰਮ ਤੇ ਵੇਸਟ ਨਹੀਂ ਕੀਤਾ। ਉਹਨਾਂ ਨੇ ਲੋਕਾਂ ਦੀ ਜਾਣਕਾਰੀ ਇਕੱਠੀ ਨਹੀਂ ਕੀਤੀ, ਉਹਨਾਂ ਨੇ ਆਪਣਾ ਕੰਮ ਕੀਤਾ। ਪਿੰਡਾਂ ਦੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਦੇ ਕਰਦੇ ਉਮਰ ਕੱਢ ਲੈਂਦੇ ਨੇ। ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਜੇ ਤੁਹਾਨੂੰ ਪਤਾ ਲੱਗ ਜਾਏ ਵੀ ਤੁਹਾਡੇ ਅੰਦਰ ਈਰਖਾ ਹੈ, ਐਵੇਂ ਆਪਾਂ ਹਰ ਇੱਕ ਬੰਦੇ ਨਾਲ ਹੀ ਸਾੜਾ ਕਰੀ ਜਾਂਦੇ ਆ, ਤੇ ਸਤਿਗੁਰੂ ਕਹਿੰਦੇ ਫਿਰ ਭਗਤੀ ਕਰਿਆ ਕਰੋ। ਇਹ ਸਤਿਗੁਰੂ ਦੇ ਬਚਨਾਂ 'ਚ ਲਿਖਿਆ ਹੈ, ਬਿਸਰ ਗਈ ਸਭ ਤਾਤ ਭਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬਿਗਾਨਾ, ਸਗਲ ਸੰਗ ਹਮ ਕੋ ਬਣਾਈ। ਅਜਾ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ ਹੈ। ਹੁਣ ਬੱਕਰੀ ਦੇ ਕੋਲ ਅਗਰ ਬਘਿਆੜ ਹੋਵੇ ਤੇ ਕੀ ਉਸ ਬੱਕਰੀ ਨੂੰ ਖਾਣ ਵਾਸਤੇ ਕੋਈ ਆਏਗਾ? ਠੀਕ ਹੈ, ਬੱਕਰੀ ਨੂੰ ਵੇਖ ਕੇ ਕਿਸੇ ਦੇ ਮੂੰਹ 'ਚ ਪਾਣੀ ਆ ਸਕਦਾ ਹੈ, ਪਰ ਜਦੋਂ ਉਹਨੇ ਲਾਗੇ ਬਘਿਆੜ ਨੂੰ ਵੇਖਣਾ, ਨੇੜੇ ਨਹੀਂ ਆਉਣਾ ਕਿਸੇ ਨੇ। ਦੇਖੋ, ਮੈਨੂੰ ਇਕੱਲੇ ਨੂੰ ਵੇਖ ਕੇ ਹਰ ਬੰਦਾ ਕਹਿ ਸਕਦਾ ਕੋਈ ਗੱਲ ਨਹੀਂ, ਇਕੱਲਾ ਹੀ ਹੈ ਜੀ। ਤੇ ਜੇ ਉਹਨੂੰ ਇਹ ਪਤਾ ਲੱਗੇ ਵੀ ਇਹਦੇ ਨਾਲ ਤੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਫਿਰ ਕੋਈ ਤੁਹਾਡਾ ਕੀ ਕਰ ਸਕਦਾ ਭਾਈ? ਹਾਂਜੀ। ਤੈਸੇ ਕਉ ਸੁਥਾਏ ਵਿੱਚ ਲਾਏ ਕੈ ਸਕਤ ਸਭ, ਮਾਰ ਮਾਰ ਡਾਰੇ ਕੋ ਧੀਰ ਨਾ ਤਰਾਤ ਹੈ। ਹੁਣ ਕੌਸ ਕੀ ਹੈ? ਅਸਲ ਵਿੱਚ ਕੌਸ ਇੱਕ ਤਰ੍ਹਾਂ ਦੀ ਜੁੱਤੀ ਹੈ। ਹੁਣ ਜੇ ਦੀ ਪੰਜਾਬੀ ਕਰੀਏ ਤੇ ਬੜੀ ਵਧੀਆ ਹੈ। ਮਹਾਰਾਜ ਦੀ ਜੁੱਤੀ ਨੇ ਜਦੋਂ ਸਾਰਿਆਂ ਦੇ 2-2 ਮਾਰੀਆਂ ਨਾ, ਤੇ ਉਹ ਕਿਸੇ ਦੀ ਬਰਾਗਣ ਤੇ ਕਿਸੇ ਦਾ
ਕਮੰਡਲ, ਕਿਸੇ ਦਾ ਲੋਟਾ, ਕਿਸੇ ਦਾ ਡੰਡਾ, ਕਿਸੇ ਦੀ ਉਹ ਮ੍ਰਿਗਸ਼ਾਲਾ, ਸਭ ਥੱਲੇ। ਹੁਣ ਦੋ ਦੋ ਪੈ ਜਾਣ ਤੇ ਫਿਰ ਬੰਦਾ ਟਿਕ ਹੀ ਜਾਂਦਾ। ਮਹਾਰਾਜ ਨੇ ਕਹਿ ਕੇ ਘੱਲਿਆ ਸੀ ਵੀ ਤੂੰ ਥੋੜ੍ਹੀ ਜਿਹੀ ਨਾ ਤਾਕਤ ਵਿਖਾਵੀਂ। ਹੁਣ ਕੀਤਾ ਕੀ ਉਸ ਖੜਾਮ ਨੇ, ਤੈਸੇ ਕੌਂਸ ਧਾਏ, ਉਹ ਜਿਹੜੀ ਕੌਂਸ ਸੀ ਆਕਾਸ਼ ਵਿੱਚ ਉੱਡ ਕੇ ਗਈ। ਫਿਰ ਉਹ ਦੌੜਦੀ ਹੈ, ਵਿੱਚ ਲਾਏ ਕੇ ਸ਼ਕਤ, ਉਹਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕੀਤਾ। ਮਾਰ ਮਾਰ ਡਾਰੇ ਕੋ ਧੀਰ ਨਾ ਧਰਤ ਹੈ, ਸਭ ਦੇ ਫਿਰ ਖੜਾਮ ਨੇ ਦੋ ਦੋ ਚਾਰ ਚਾਰ ਲਾਤੀਆਂ। ਜਦੋਂ ਦੋ ਦੋ ਚਾਰ ਚਾਰ ਲਾਤੀਆਂ ਤੇ ਹੁਣ ਕਿਹੜਾ ਖੜੇ ਆਕਾਸ਼ ਵਿੱਚ, ਕੌਣ ਉੱਡੇ ਬਾਈ? ਸਭ ਥੱਲੇ ਧਰਤੀ ਨੂੰ ਤੁਰ ਪਏ ਉੱਥੋਂ। ਹਾਂਜੀ। ਜਾਂ ਕੀ ਸ਼ਕਤ ਥੀ ਤਾਂ ਕੇ ਆਗੇ ਜਾਏ ਪਰੀ, ਨੀਚੇ ਨੈਣ ਲੱਜਤ ਹੋਵੇ ਉੱਚੇ ਨਾ ਨਿਹਾਰੀਆ। ਹੁਣ ਉਹ ਬਰਾਗਣ ਵੀ ਥੱਲੇ ਆ ਗਈ, ਸਿੰਗੀ ਵੀ ਥੱਲੇ ਆ ਗਈ, ਉਹ ਮੰਗਣ ਵਾਲਾ ਜਿਹੜਾ ਭਾਂਡਾ ਸੀ, ਲੋਟਾ ਸੀ, ਉਹ ਵੀ ਆ ਗਿਆ, ਡੰਡਾ ਵੀ ਆ ਗਿਆ, ਮ੍ਰਿਗਸ਼ਾਲਾ ਵੀ ਆ ਗਈ। ਕਿੱਥੇ ਆ ਗਈ? ਉਹ ਜਿਹਦੀ ਸੀ ਉਹਦੇ ਅੱਗੇ ਆ ਕੇ ਡਿੱਗ ਪਈ। ਵੀ ਨਾਲੇ ਦੱਸਿਆ ਵੀ ਸਾਨੂੰ ਤੇ ਵਾਹਵਾ ਪਈਆਂ ਨੇ। ਤੇ ਉਹਦਾ ਅਸਰ ਕੀ ਹੋਇਆ? ਉਹ ਜਿਹੜੇ ਜੋਗੀਆਂ ਨੇ ਕੰਮ ਕੀਤਾ ਸੀ ਨਾ, ਕਹਿੰਦੇ ਉਹਨਾਂ ਦੀ ਅੱਖਾਂ ਨੀਵੀਆਂ ਹੋ ਗਈਆਂ, ਸ਼ਰਮਿੰਦੇ ਹੋ ਗਏ, ਸ਼ਰਮਸਾਰ ਹੋ ਗਏ। ਜਿਹੜੇ ਕਹਿੰਦੇ ਸੀ ਨਾਨਕ ਨੂੰ ਵੀ ਬਚ ਕੇ ਕਿੱਧਰ ਜਾਏਗਾ, ਹੁਣ ਤੈਨੂੰ ਅਸੀਂ ਜਿਉਂਦਿਆਂ ਵਾਪਸ ਨਹੀਂ ਜਾਣ ਦੇਣਾ। ਹਾਂਜੀ। ਰਾਰ ਮੈਂ ਪਰਾਜੇ ਹੋਏ ਸੂਰ ਜਿਉ ਲਜਾਤ ਜਾਤ, ਭਏ ਮੁਖ ਤੂਸ਼ਨ ਨ ਬੈਨ ਕੋ ਉਚਾਰੀਐ। ਕਹਿੰਦੇ ਨੇ ਕਿ ਜਿਵੇਂ ਲੜਾਈ ਹੋ ਜਾਏ ਤੇ ਕੋਈ ਹਾਰ ਜਾਏ, ਤੇ ਹਾਰਿਆ ਹੋਇਆ ਬੰਦਾ ਜਿਹਦੇ ਹੱਥ ਪੈਰ ਬੱਧੇ ਹੋਣ, ਹਥਿਆਰ ਖੋਹ ਲੈ ਜਾਣ, ਉਹਦੇ ਵੈਪਨ ਜਮ੍ਹਾਂ ਹੋ ਜਾਣ, ਤੇ ਤੁਸੀਂ ਸੋਚਦੇ ਵੀ ਉਹ ਗਲੀ 'ਚ ਤਾਂ ਮੂੰਹ ਚੱਕ ਕੇ ਵੇਖੇਗਾ ਨਾ, ਫਿਰ ਉਹ ਅੱਖਾਂ ਤਾਂ ਨਹੀਂ ਚੁੱਕ ਸਕਦਾ। ਹਾਰੇ ਹੋਏ ਬੰਦੇ ਦੇ ਵਾਂਗ ਇਹਨਾਂ ਜੋਗੀਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਮੂੰਹ ਬੰਦ ਹੋ ਗਿਆ, ਜ਼ੁਬਾਨ ਬੰਦ ਹੋ ਗਈ, ਬੋਲਦਾ ਹੀ ਨਹੀਂ। ਹੁਣ ਬੋਲਣ ਤੇ ਕੀ ਬੋਲਣ, ਵੇਖਣ ਤੇ ਕਿਹਦੇ ਵੱਲ ਵੇਖਣ? ਐਸੀ ਮਾਰ ਵੱਜੀ ਉਹਨਾਂ ਨੂੰ, ਸ਼ਰਮਿੰਦੇ ਹੋਏ, ਨੀਵੀਆਂ ਪਾ ਕੇ ਬਹਿ ਗਏ। ਹਾਂਜੀ। ਗੋਪੀ ਚੰਦ ਭਰਥਰੀ ਮੰਗਲ ਤੇ ਆਦ ਜੇਤੇ, ਹੀ ਮੈਂ ਹੁਲਾਸੇ ਹਸੇ ਦੇਵੇਂ ਕਾਰ ਤਾਰੀਆ। ਇਧਰ ਗੋਪੀ ਚੰਦ ਨੇ, ਭਰਥਰੀ ਨੇ, ਮੰਗਲ ਨੇ, ਘੁੱਗੂਨਾਥ ਨੇ, ਸਭ ਜੋਗੀਆਂ ਨੇ ਕਹਿੰਦੇ ਤਾੜੀਆਂ ਮਾਰੀਆਂ। ਜਿਵੇਂ ਅੱਜ ਕਹਿੰਦੇ ਨਾ ਅਸੀਂ ਕਲੈਪਿੰਗ ਕੀਤੀ, ਜਦੋਂ ਕੋਈ ਇੱਕ ਟੀਮ ਜਿੱਤ ਜਾਏ ਤੇ ਉਹਦੇ ਸਪੋਰਟਰ ਫਿਰ ਉਹ ਕਰਦੇ ਹੀ ਨੇ ਨਾ ਬੱਲੇ ਬੱਲੇ। ਤਾਂ ਬਕਾਇਦਾ ਉਹਨਾਂ ਦੇ ਲਿਖਿਆ ਕਵੀ ਜੀ ਨੇ ਕਿ ਉਹਨਾਂ ਨੇ ਤਾੜੀਆਂ ਮਾਰੀਆਂ, ਖੁਸ਼ ਹੋਏ, ਪ੍ਰਸੰਨ ਹੋਏ ਕਿ ਵਧੀਆ ਹੋਇਆ ਭਾਈ, ਆ ਤੇ ਬਹੁਤ ਅੱਛਾ ਹੋਇਆ। ਹਾਂਜੀ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ, ਜੈਸੀ ਬਿਨ ਹੋਤ ਜੈਸੇ ਤੈਸੇ ਹੀ ਦਿਖਾਰੀਐ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ। ਮੰਗਲਨਾਥ ਕਹਿਣ ਲੱਗਾ ਵੀ ਜੇ ਇਹਨਾਂ ਨਾਲ ਇੰਨੀ ਨਾ ਹੁੰਦੀ, ਇਹਨਾਂ ਟਿਕਣਾ ਨਹੀਂ ਸੀ। ਨਹੀਂ, ਹੁਣ ਇਹਨਾਂ ਦਾ ਠੀਕ ਹੋ ਗਿਆ ਕੰਮ, ਹੁਣ ਇਹ ਸ਼ਰਮਿੰਦੇ ਹੋਏ ਟਿਕ ਜਾਣਗੇ, ਹੁਣ ਇਹ ਦੁਬਾਰਾ ਇਹੋ ਜਿਹੀ ਗਲਤੀ ਨਹੀਂ ਕਰਨਗੇ। ਵੈਸੇ ਨਾ ਕਈ ਆਦਮੀਆਂ ਦਾ ਇਲਾਜ ਵੀ ਇਹੀ ਹੁੰਦਾ ਹੈ, ਜਿਹੜਾ ਡੰਡਾ ਹੈ ਨਾ, ਕਹਿੰਦੇ ਪੀਰ ਹੈ, ਪਰ ਤੁਹਾਡਾ ਮੇਰਾ ਤੇ ਨਹੀਂ ਹੈ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਡੰਡਾ ਸਾਰਿਆਂ ਦਾ ਪੀਰ ਨਹੀਂ ਹੈ, ਵਿਗੜੇ ਤਿਗੜਿਆਂ ਦਾ ਪੀਰ ਤੇ ਡੰਡਾ ਹੀ ਹੈ ਭਾਈ। ਤਾਂ ਹੀ ਤੇ ਕਹਿੰਦੇ ਜਿਹੜੇ ਲਾਤੋਂ ਕੇ ਭੂਤ ਹੈ ਉਹ ਬਾਤੋਂ ਸੇ ਨਹੀਂ ਮਾਨਤੇ। ਜਿਨ੍ਹਾਂ ਨੂੰ ਚਾਰ ਲੱਤਾਂ ਪੈਣ ਤੇ ਉਹਨਾਂ ਨੇ ਸੂਤ ਹੋਣਾ ਵੀ, ਉਹਨਾਂ ਨੂੰ ਤੁਸੀਂ ਗੱਲਾਂ ਹੀ ਬਾਤੀ ਸਮਝਾਓਗੇ, ਕਿੱਥੇ ਸਮਝਦੇ ਨੇ ਉਹ। ਮੰਗਲਨਾਥ, ਗੋਪੀਨਾਥ, ਘੁੱਗੂਨਾਥ ਹੋਰਾਂ ਨੇ, ਭਰਥਰੀ ਹੋਰਾਂ ਨੇ ਤਾੜੀਆਂ ਮਾਰੀਆਂ। ਇਹਨਾਂ ਸਾਰਿਆਂ ਨੇ ਹੁਲਾਸੇ ਹੱਸਿਆ ਦੇਵੇਂ ਕਰ ਤਾਰੀਆਂ, ਤਾੜੀਆਂ ਵਜਾ ਕੇ ਹੱਸੇ ਨੇ, ਖੁਸ਼ ਹੋਏ ਨੇ। ਹਾਂਜੀ। ਮੰਗਲ ਪਾਖਤ ਗੋਰਖਨਾਥ ਜੀ, ਦੇਖਿਓ ਤਪਾ ਤੁਮ ਕੈਸੇ ਹੈ ਸੋ। ਮੰਗਲਨਾਥ ਕਹਿਣ ਲੱਗਾ ਇਹਨਾਂ ਨਾਲ ਉਹ ਹੋਈ ਜਿਹੜੀ ਹੋਣੀ ਚਾਹੀਦੀ ਸੀ, ਵੀ ਇਦੋਂ ਘੱਟ ਵੀ ਨਹੀਂ ਸੀ ਚੱਲਣੀ।
ਕਈ ਬੰਦਿਆਂ ਦੀ ਨਾ ਬੇਇੱਜ਼ਤੀ ਥੋੜੀ ਹੋ ਜਾਏ ਤੇ ਉਹ ਗੱਲ ਨਹੀਂ ਬਣਦੀ, ਫਿਰ ਬੇਇੱਜ਼ਤੀ ਹੋਵੇ ਤੇ ਪੂਰੀ ਹੋਵੇ ਤੇ ਫਿਰ ਉਹ ਟਿਕ ਜਾਂਦੇ ਨੇ। ਹੁਣ ਮੰਗਲਨਾਥ ਆਪਣੇ ਗੁਰੂ ਗੋਰਖ ਨੂੰ ਪੁੱਛਦਾ ਵੀ ਗੁਰੂ ਜੀ ਤੁਸੀਂ ਸੁਣਾਓ, ਸਮਝਾਈ ਨਾਨਕ ਜੀ ਦੀ ਸ਼ਕਤੀ ਕਿੰਨੀ ਹੈ, ਨਾਨਕ ਜੀ ਦੇ ਕੋਲ ਕਿੰਨੀਆਂ ਅਜਮਤਾਂ ਕਰਾਮਾਤਾਂ ਨੇ। ਹਾਂਜੀ, ਬਾਦ ਸੋਰਾਰ ਕਰੀ ਤਹਿ ਸੋਜਨ, ਲੱਜਤ ਫੇ ਨਹਿ ਬੋਲਤ ਕੋ। ਆ ਵੇਖੋ ਗੁਰੂ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਰਾਰ ਕੀਤੀ ਹੈ, ਝਗੜਾ ਕੀਤਾ ਹੈ, ਉੱਚੇ ਫਿੱਕੇ ਕੌੜੇ ਬੋਲ ਬੋਲੇ ਨੇ। ਆ ਵੇਖੋ ਅੱਖਾਂ ਨੀਵੀਆਂ ਕਰਕੇ ਸ਼ਰਮਿੰਦੇ ਹੋ ਕੇ ਬੈਠੇ ਨੇ। ਨਾਨਕ ਤੱਪੇ ਦੀ, ਨਾਨਕ ਨਿਰੰਕਾਰੀ ਦੀ ਤੇ ਖੜਾ ਵੀ ਨਹੀਂ ਮਾਣ, ਅਜੇ ਆਪ ਤੇ ਉੱਠਿਆ ਹੀ ਨਹੀਂ ਉਹ। ਭਾਵ ਉਹਨਾਂ ਦੀ ਚਰਨ ਦਾਸੀ ਨੇ ਇੰਨਾ ਕੰਮ ਕਰ ਦਿੱਤਾ ਵੀ ਇਹ ਤੁਹਾਨੂੰ ਬੋਲਣ ਜੋਗੇ ਨਹੀਂ ਰਹੇ। ਹਾਂਜੀ, ਆਪਣੇ ਮਾਨ ਮੈਂ ਫੁਰਲਤ ਕਾਇਰ, ਜੋ ਲਗ ਸੂਰ ਨਾ ਸਮੋਹੇ ਹੋ। ਮੰਗਲਨਾਥ ਕਹਿਣ ਲੱਗਾ ਕਿ ਆਪਣੇ ਹੰਕਾਰ ਵਿੱਚ ਕਾਇਰ ਹਮੇਸ਼ਾ ਹੀ ਫੁੱਲਿਆ ਰਹਿੰਦਾ ਹੈ, ਪਰ ਇਹ ਫੁਲਾਵਟ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਾਹਮਣੇ ਸੂਰਮਾ ਨਹੀਂ ਆਉਂਦਾ। ਜਦੋਂ ਸਾਹਮਣੇ ਸੂਰਮਾ ਆ ਗਿਆ ਫਿਰ ਨਹੀਂ ਟਿਕਣਾ ਉਹਨਾਂ ਨੇ। ਹੁਣ ਸੂਰ ਕੇ ਸਨਮੁਖ ਜਦੋਂ ਜੰਗ ਯੁੱਧ ਹੁੰਦੇ ਨੇ ਨਾ, ਫਿਰ ਉਹੀ ਖੜਦੇ ਨੇ ਜਿਹੜੇ ਸੂਰਮੇ ਹੁੰਦੇ ਨੇ। ਦਾਗੇ ਹੋਏ ਸੁਰਣ ਮੈਂ ਜੂਝੈ, ਬਿਨ ਦਾਗੇ ਪਗ ਜਾਈ। ਜਿਨ੍ਹਾਂ ਦੇ ਮਸਤਕ ਤੇ ਦਾਗ ਦਿਗਾਨੇ ਦੀ ਮੋਹਰ ਲੱਗੀ ਹੁੰਦੀ ਹੈ ਨਾ, ਉਹੀ ਖੜਦੇ ਨੇ ਫਿਰ ਉੱਥੇ, ਬਾਕੀ ਸਭ ਭੱਜ ਜਾਂਦੇ ਨੇ। ਜਿਹੜੇ ਐਵੇਂ ਉਹ ਖਾਊ ਇਕੱਠੇ ਹੋਏ ਹੁੰਦੇ ਨਾ, ਖਾਣ ਪੀਣ ਵਾਲੀਆਂ ਜਿਹੜੀਆਂ ਫੌਜਾਂ ਹੁੰਦੀਆਂ ਨੇ, ਉਹ ਨਹੀਂ ਰੁਕਦੀਆਂ ਜਦੋਂ ਲੜਾਈ ਹੁੰਦੀ ਹੈ, ਉਹਨਾਂ ਦਾ ਉੱਥੇ ਕੋਈ ਕੰਮ ਨਹੀਂ ਹੁੰਦਾ। ਹਾਂਜੀ, ਤਾਰੇ ਪ੍ਰਕਾਸ਼ ਕਰੇ ਤੁਮ ਮੈਂ, ਰਬ ਹੋਤ ਉਦੈ ਪੁਨ ਨਾ ਪ੍ਰਗਟੋ। ਮੰਗਲਨਾਥ ਉਦਾਹਰਨਾਂ ਦੇ ਕੇ ਕਹਿੰਦਾ ਗੁਰੂ ਜੀ ਤਾਰੇ ਸਾਰੀ ਰਾਤ ਟਿਮਟਮਾਉਂਦੇ ਨੇ, ਪਰ ਇਹ ਟਿਮਟਮਾਉਣਾ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸੂਰਜ ਨਹੀਂ ਆਉਂਦਾ। ਜਦੋਂ ਆ ਜਾਵੇ ਤੇ ਫਿਰ ਲੱਭਦੇ ਵੀ ਨਹੀਂ ਕਿੱਧਰ ਗਏ ਨੇ। ਜਿਹੜੇ ਤਾਰੇ ਸਾਰੀ ਰਾਤ ਆਪਣੀ ਸਰਕਾਰ ਚਲਾਉਂਦੇ ਨੇ, ਸਾਰੀ ਰਾਤ ਤਾਰਿਆਂ ਦੀ ਬਾਦਸ਼ਾਹਤ ਹੁੰਦੀ ਹੈ, ਪਰ ਸਵੇਰੇ ਵੇਖਿਆ ਤੁਸੀਂ ਕਦੇ ਕਿਸੇ ਨੇ ਤਾਰਿਆਂ ਦੀ ਲਾਈਟ ਬੰਦ ਕੀਤੀ ਹੋਵੇ? ਨਾ। ਜਿਵੇਂ ਜਿਵੇਂ ਸੂਰਜ ਚੜ੍ਹੀ ਜਾਂਦਾ ਉਵੇਂ ਉਵੇਂ ਤਾਰੇ ਛੁਪੀ ਜਾਂਦੇ ਨੇ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ। ਹਾਂਜੀ, ਗੋਰਖ ਬੈਨ ਫਣੇ ਸੁਣ ਕੇ, ਤੁਮ ਭਾਖਤ ਸਤ ਵੇ ਕੂਰ ਨਰਾਈ। ਅੱਗੋਂ ਗੁਰੂ ਗੋਰਖ ਨੇ, ਜੋਗੀਆਂ ਦੇ ਗੁਰੂ ਨੇ ਕਿਹਾ, ਹਾਂ ਮੰਗਲਨਾਥ ਮੈਂ ਵੇਖ ਲਿਆ, ਤੂੰ ਜੋ ਆਖਿਆ ਸੀ ਉਹ ਬਿਲਕੁਲ ਸੱਤ ਹੈ, ਉਹ ਠੀਕ ਹੈ, ਜੋ ਤੂੰ ਆਖਿਆ ਉਹਦੇ ਵਿੱਚ ਝੂਠ ਕੋਈ ਨਹੀਂ ਹੈ। ਹਾਂਜੀ, ਠਿੰਗੜਾ ਆਏ ਗੁਰੂ ਟਿਗਤਾ ਛਿਨ, ਬੈਠ ਗਇਓ ਮੁਖ ਬਾਣੀ ਅਲਾਈ। ਇਤਨੇ ਨੂੰ ਇੱਕ ਜੋਗੀ ਜਿਹਦਾ ਨਾਂ ਖਿੰਥੜਾ ਹੈ, ਇਹ ਨਾਂ ਹੈ ਜੋਗੀ ਦਾ, ਉਹ ਗੁਰੂ ਜੀ ਦੇ ਕੋਲ ਆਇਆ ਤੇ ਉਹਨੇ ਆ ਕੇ ਗੁਰੂ ਜੀ ਦੇ ਕੋਲ ਬੇਨਤੀ ਕਰਨੀ ਸ਼ੁਰੂ ਕੀਤੀ। ਹਾਂਜੀ, ਜੋਗ ਬਿਨਾ ਮਨ ਸੁਧ ਨ ਹੋਵਤ, ਆਰਸੀ ਜੋ ਨਹਿ ਛਾਰ ਮਲਾਈ। ਜਿਵੇਂ ਆਰਸੀ ਸਵਾ ਮਲੇ ਤੋਂ ਬਿਨਾ ਸਾਫ਼ ਨਹੀਂ ਹੁੰਦੀ, ਬਿਲਕੁਲ ਇਸੇ ਤਰ੍ਹਾਂ ਜੋਗ ਤੋਂ ਬਿਨਾ ਮਨ ਸ਼ੁੱਧ ਨਹੀਂ ਹੋ ਸਕਦਾ। ਇਹ ਖਿੰਥੜੇ ਨੇ ਕਿਹਾ ਗੁਰੂ ਜੀ ਨੂੰ। ਹਾਂਜੀ, ਸਾਧਨ ਕੋ ਹੈ ਕੌਣ ਸੋ ਜੋਗ, ਭਲੀ ਬੇਦ ਸੋ ਮੁਝ ਦੇਹੋ ਬਤਾਈ। ਤੇ ਨਹੀਂ ਤੇ ਨਾਨਕ ਜੀ ਤੁਸੀਂ ਮੈਨੂੰ ਦੱਸ ਦਿਓ ਵੀ ਤੁਹਾਡੇ ਕੋਲੇ ਕਿਹੜੀ ਸਾਧਨਾ ਹੈ, ਕਿਹੜਾ ਜੋਗ ਹੈ ਜਿਹਦੀ ਭਲੀ ਪ੍ਰਕਾਰ ਤੁਸੀਂ ਅਰਾਧਨਾ ਕੀਤੀ, ਸਾਧਨਾ ਕੀਤੀ ਹੈ, ਤੇ ਮੈਨੂੰ ਵੀ ਦੱਸ ਦਿਓ ਜੇ ਤੁਹਾਡੇ ਕੋਲ ਕੋਈ ਸ਼ਕਤੀ ਹੈ ਤਾਂ। ਹਾਂਜੀ, ਸ਼੍ਰੀ ਗੁਰੂ ਕਹਿਤ ਪ੍ਰਾਣਾਯਾਮ ਕੋ ਕਰਮ ਤੀਨ, ਪੂਰਕ ਹੈ ਕੁੰਭ ਕੋ ਰੇਚਕ ਬਖਾਨਿਐ। ਸਤਿਗੁਰੂ ਜੀ ਨੇ ਕਿਹਾ ਵੀ ਜੋਗੀ ਨਾਥ
ਜਿਹੜਾ ਪੁਰਾਣਾ ਜਾਮ ਹੈ ਉਹਦੇ 3 ਪ੍ਰਮੁੱਖ ਉਹਦੇ ਯੋਗ ਨੇ। ਉਹਦੇ ਵਿੱਚ ਇੱਕ ਪੂਰਕ ਹੈ, ਇੱਕ ਕੁੰਭਕ ਹੈ, ਇੱਕ ਰੇਚਕ ਹੈ। ਇੱਕ ਹੈ ਵੀ ਸਾਹ ਨੂੰ ਅੰਦਰ ਲੈ ਕੇ ਜਾਣਾ, ਇੱਕ ਅੰਦਰ ਸਾਹ ਨੂੰ ਰੋਕਣਾ, ਇੱਕ ਹੈ ਸਾਹ ਨੂੰ ਬਾਹਰ ਕੱਢਣਾ। ਇਹ ਵੀ ਤੁਹਾਡੀ ਇੱਕ ਸਾਧਨਾ ਹੈ। ਇਹਦਾ ਫਿਰ ਸਤਿਗੁਰੂ ਜੀ ਨੇ ਵਿਸਥਾਰ ਕਰਕੇ ਦੱਸਿਆ ਉਹਨੂੰ। ਬਸ ਸੁਣਦਿਆਂ ਸਾਰੀ ਉਹ ਜਿਹੜਾ ਖਿੰਥੜਾ ਸੀ ਉਹਨੇ ਤੇ ਸਤਿਗੁਰੂ ਦੇ ਪੈਰਾਂ ਤੇ ਚਰਨਾਂ ਤੇ ਮੱਥਾ ਟੇਕਿਆ ਤੇ ਦੌੜ ਗਿਆ। ਕਹਿੰਦਾ ਮਹਾਰਾਜ ਤੁਸੀਂ ਹੀ ਨਿਰੰਕਾਰ ਹੋ। ਇਸ ਤਰ੍ਹਾਂ ਸਾਰੇ ਜੋਗੀ ਅੱਗੇ ਜਾ ਕੇ ਆਪਾਂ ਵੇਖਾਂਗੇ ਕਿ ਉਹ ਸਤਿਗੁਰੂ ਜੀ ਦੀ ਈਨ ਮੰਨਦੇ ਨੇ, ਸਤਿਗੁਰੂ ਦੀ ਵਡਿਆਈ ਨੂੰ ਕਬੂਲਦੇ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਕੱਲ ਰਾਤ ਦੇ ਜਿਹੜੇ ਵਿਸ਼ੇਸ਼ ਦੀਵਾਨ ਨੇ ਉਹ ਸਾਲ 2021 ਨੂੰ ਖੁਸ਼ ਆਮਦੀਦ ਕਹਿਣ ਵਾਸਤੇ ਸੱਜਣੇ ਹਨ। ਆਪ ਜੀ ਸਾਰੇ ਹਾਜ਼ਰੀਆਂ ਭਰੋ। ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ ਵੀ ਦੀਵਾਨ ਸੱਜਣੇ ਨੇ। ਇਤਿਹਾਸਕ ਸਾਰੇ ਗੁਰਦੁਆਰਿਆਂ ਵਿੱਚ ਦੀਵਾਨ ਸੱਜਣੇ ਨੇ। ਜਿੱਥੇ ਜਿੱਥੇ ਵੀ ਆਪ ਜੀ ਨੂੰ ਥਾਨ ਮਿਲੇ, ਨੇੜਾ ਹੋਵੇ, ਆਓ ਆਪਾਂ ਸਾਰੇ ਗੁਰੂ ਕੋਲ ਅਰਦਾਸਾਂ ਬੇਨਤੀਆਂ ਕਰੀਏ ਕਿ ਜੋ ਕੁਝ 2020 ਵਿੱਚ ਦੁਨੀਆ ਨੇ ਸੰਤਾਪ ਭੋਗਿਆ ਹੈ, ਮਹਾਰਾਜ ਸਾਡੀਆਂ ਭੁੱਲਾਂ ਬਖਸ਼ਣ। ਅਗਲਾ ਸਾਲ ਸੰਸਾਰ ਦੇ ਵਿੱਚ ਸੁੱਖ ਲੈ ਕੇ ਆਵੇ। ਇਸ ਬਹੁਤ ਭਿਆਨਕ ਬਿਮਾਰੀ ਤੋਂ ਦੁਨੀਆ ਨੂੰ ਨਿਜਾਤ ਮਿਲੇ। ਆਪਾਂ ਅਰਦਾਸਾਂ ਕਰੀਏ। ਭੁੱਲਾਂ ਬਖਸ਼ੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।